करके सजदा करके निकलते रहो, ताकि पिछे लम्मी लाइन ना लगे। जिन्होंने अरदास करवानी है वो गुरु ग्रंथ साहब जी के नेड़े होके निकलन, बाकी सीधे तुरते रहो। गड्डियाँ सोच समझ के लाओ, किसी का रस्ता ना रुके। राह रोकना बड़ा पाप है ते राह देना बड़ा पुण्य है। आओ कथा का आनंद टिक के माणो। वाहिगुरु जी का खालसा, वाहिगुरु जी की फतेह। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਅਕਾਲ ਪੁਰਖ ਦੇ ਪਹਿਲੇ ਸਰਗੁਣ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈਆਂ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਹੁਣਾ ਤੁਰਕੀ ਬਾਣੀ ਦਾ ਫੁਰਮਾਨ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਉਸ ਫੁਰਮਾਨ ਦੀ ਵਿਆਖਿਆ ਦੇ ਨਾਲ ਆਓ ਜੁੜੀਏ। ਉਪਰੰਤ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਹਿਮਾ ਗਾ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਕਬੀਰ ਜੀ। ਜੋ ਜਨ ਪਰਮਤ ਪਰਮਨ ਜਾਨਾ, ਬਾਤਨ ਹੀ ਬੈਕੁੰਠ ਸਮਾਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਰੋਗਾਂ ਸੋਗਾਂ ਨੂੰ ਮਿਟਾਉਣ ਵਾਲੀ ਹੈ। 325 ਅੰਗ ਤੇ ਸ਼੍ਰੋਮਣੀ ਭਗਤ ਕਬੀਰ ਜੀ ਮਹਾਰਾਜ ਦਾ ਇਹ ਫੁਰਮਾਨ ਹੈ। ਉਹ ਮਹਾਤਮਾ ਮਹਾਂਪੁਰਸ਼ ਇੱਥੇ ਕਹਿਣੀ ਤੇ ਕਥਨੀ ਦੀ ਬਾਤ ਕਰਦੇ ਨੇ। ਲੋਕ ਕਰਨੀ ਤੇ ਕਥਨੀ ਦੇ ਵਿੱਚ ਫਰਕ ਰੱਖਦੇ ਨੇ। ਕਥਨੀ ਕੁਝ ਹੋਰ ਹੈ, ਕਹਿਣੀ ਕੁਝ ਹੋਰ ਹੈ। ਕਰਨੀ ਕੁਝ ਵੱਖਰੀ ਹੈ। ਕਹਿੰਦੇ ਨੇ ਕੁਝ ਲੋਕ ਇਹ ਕਥਨੀ ਕਰਦੇ ਨੇ ਵੀ ਅਸੀਂ ਯਥਾਰਥ ਗਿਆਨ ਹਾਸਲ ਕਰ ਲਿਆ ਹੈ। ਪਰਮਿਤ, ਪਰਮਿਤ ਦਾ ਭਾਵ ਹੈ
ਜੋ ਪਰਮੇਸ਼ਵਰ ਦਾ ਗਿਆਨ ਹੈ, ਜੋ ਪਰਮੇਸ਼ਵਰ ਦੀ ਮਿੱਤ ਤੋਂ ਭਾਵ ਮਿਣਤੀ ਹੈ। ਪਰਮਿਤ ਦਾ ਇੱਕ ਇਹ ਵੀ ਪੱਖ ਹੁੰਦਾ ਹੈ ਜੋ ਮਿਣਤੀ ਗਿਣਤੀ ਤੋਂ ਪਰ ਹੈ, ਪਰੇ ਹੈ, ਅਮਾਪ ਹੈ, ਜਿਸ ਨੂੰ ਮਾਪਿਆ ਨਹੀਂ ਜਾ ਸਕਦਾ। ਹੁਣ ਗੱਲਾਂ ਦੇ ਨਾਲ ਤੇ ਇਹ ਦਾਅਵਾ ਕਰ ਦਿੰਦੇ ਨੇ ਅਸੀਂ ਪਰਮਾਤਮਾ ਦਾ ਗਿਆਨ ਹਾਸਲ ਕਰ ਲਿਆ ਹੈ। ਉਹ ਪਰਮੇਸ਼ਵਰ ਜੋ ਵਿਸ਼ੇਸ਼ ਕਰਕੇ ਮਰਿਆਦਾ ਵਿੱਚ ਨਹੀਂ ਵੱਜਦਾ, ਮਰਿਆਦਾ ਤੋਂ ਪਰੇ ਹੈ, ਮਿੱਤ ਤੋਂ ਪਰੇ ਹੈ, ਜੋ ਪਰਮ ਹੈ, ਸਭ ਤੋਂ ਮਹਾਨ ਹੈ, ਮਨ ਦੀ ਪਹੁੰਚ ਤੋਂ ਪਾਸੇ ਹੈ। ਉਹ ਗੱਲਾਂ ਨਾਲ ਨਹੀਂ ਮਿਲਦਾ। ਬਾਤਨ ਹੀ ਬੈਕੁੰਠ ਸਮਾਨਾ। ਬੈਕੁੰਠ ਦਾ ਭਾਵ ਹੈ ਸਵਰਗ, ਵਹਿਸ਼ਤ। ਕਹਿੰਦੇ ਗੱਲਾਂ ਗੱਲਾਂ ਵਿੱਚੋਂ ਦਾਅਵਾ ਕਰਦੇ ਨੇ ਵੀ ਅਸੀਂ ਬੈਕੁੰਠ ਵਾਸੀ ਹਾਂ, ਸਵਰਗ ਦੇ ਵਾਸੀ ਹਾਂ, ਆਨੰਦ ਦੇ ਵਿੱਚ ਰਹਿੰਦੇ ਹਾਂ। ਕਿਉਂ ਉਹਨਾਂ ਦਾ ਦਾਅਵਾ ਹੈ। ਅੱਗੇ ਕਹਿੰਦੇ ਨੇ ਕਬੀਰ ਜੀ, ਨਾ ਜਾਣਾ ਬੈਕੁੰਠ ਕਹਾਹੀ। ਅਸਲ ਦੇ ਵਿੱਚ ਇਹ ਸਵਰਗ, ਇਹ ਬੈਕੁੰਠ ਉਹਨਾਂ ਨੂੰ ਮਾਲੂਮ ਨਹੀਂ ਹੈ ਕਿੱਥੇ ਹੈ। ਜਾਨ ਜਾਨ ਸਭ ਕਹੈ ਤਹਾਹੀ। ਕੁਝ ਧਾਰਮਿਕ ਪੁਸਤਕਾਂ ਤੋਂ ਪੜ੍ਹ ਕੇ ਜਾਣਦੇ ਨੇ, ਕੁਝ ਸੀਨੇ ਬਸੀਨੇ ਹੋਰਾਂ ਸਤਿਪੁਰਸ਼ਾਂ ਤੋਂ ਜਾਣ ਲੈਂਦੇ ਨੇ। ਇੱਦਾਂ ਸੁਣੀਆਂ ਸੁਣਾਈਆਂ ਇਹ ਗੱਲਾਂ ਕਰਦੇ ਨੇ, ਦਾਅਵਾ ਕਰਦੇ ਨੇ ਅਸੀਂ ਬੈਕੁੰਠ ਜਾਣਾ ਹੈ, ਅਸੀਂ ਨੇਕ ਨਾਮੀ ਹਾਂ। ਪਰ ਅਸਲ ਦੇ ਵਿੱਚ ਕਹਿੰਦੇ ਇਹਨਾਂ ਨੂੰ ਗਿਆਨ ਨਹੀਂ ਹੈ, ਸਮਝ ਨਹੀਂ ਹੈ। ਰਹਾਉ ਕਹਿਨ ਕਹਾਵਨ ਨਹੀਂ ਪਤੀ ਆਈ ਹੈ। ਕਹਿੰਦੇ ਗੱਲਾਂ ਕੀਤਿਆਂ ਨਾ ਪਰਮਾਤਮਾ ਮਿਲਦਾ ਹੈ, ਨਾ ਸਵਰਗ ਮਿਲਦਾ ਹੈ, ਨਾ ਸੱਚਖੰਡ ਹੀ ਮਿਲੇਗਾ। ਗੱਲਾਂ ਦੇ ਨਾਲ ਪਰਮਾਤਮਾ ਭਤੀਜਦਾ ਨਹੀਂ ਹੈ, ਭਿੱਜਦਾ ਨਹੀਂ ਹੈ, ਖੁਸ਼ ਨਹੀਂ ਹੁੰਦਾ। ਤਉ ਮਨ ਮਾਨੈ ਜਾਂਤੇ ਹਉਮੈ ਜਈ ਹੈ। ਪਰਮਾਤਮਾ ਉਸ ਦਿਨ ਭਤੀਜੇਗਾ ਜਿਸ ਦਿਨ ਹਉਮੈ ਨਾ ਰਹੀ, ਜਾਤ ਦਾ ਹੰਕਾਰ ਮਿਟ ਗਿਆ, ਮਨ ਦੇ ਭਾਂਡੇ ਵਿੱਚ ਮਮੰ ਮੈਂ ਮੇਰੀ ਮਿਟ ਗਿਆ, ਮੇਰਾ ਰੁਤਬਾ, ਮੇਰਾ ਮਰਾਤਬਾ, ਮੇਰੀ ਜਾਤ। ਇਹ ਜਿਹੜੀ ਮੈਂ ਦੀ ਰੱਟ ਹੈ, ਜਦੋਂ ਮਨ ਦਾ ਭਾਂਡਾ ਮੈਂ ਤੋਂ ਖਾਲੀ ਹੋਇਆ ਫਿਰ ਹੀ ਪਰਮਾਤਮਾ ਟਿਕੇਗਾ। ਜਿੰਨਾ ਚਿਰ ਹੰਕਾਰ ਹੈ ਪਰਮਾਤਮਾ ਓਨਾ ਸਮਾਂ ਮਨ ਵਿੱਚ ਨਹੀਂ ਟਿਕਦਾ। ਤੂੰ ਕਹਿੰਦੇ ਗੱਲਾਂ ਨਾਲ ਖੁਸ਼ ਨਹੀਂ ਹੋਵੇਗਾ, ਨਾਮ ਦੇ ਅਭਿਆਸ ਨਾਲ ਹੰਕਾਰ ਨੂੰ ਸਾੜਨਾ ਕਰ। ਨਾਮ ਦੀ ਅਗਨੀ ਨਾਲ ਹੰਕਾਰ ਰੂਪੀ ਲੱਕੜਾਂ ਸਾੜੇਗਾ ਤੇ ਫਿਰ ਪਰਮੇਸ਼ਵਰ ਦੀ ਪ੍ਰਾਪਤੀ ਹੈ। ਜਬ ਲਗ ਮਨ ਬੈਕੁੰਠ ਕੀ ਆਸੋ। ਕਹਿੰਦੇ ਜਿਹੜੇ ਮਹਾਂਪੁਰਸ਼ ਨੇ ਨਾ, ਇਹ ਮਨ ਉਹ ਬੈਕੁੰਠ ਦੀ, ਸਵਰਗ ਦੀ ਆਸ ਵੀ ਨਹੀਂ ਰੱਖਦੇ, ਕਿਉਂਕਿ ਇਹ ਵੀ ਇੱਕ ਲਾਲਚ ਹੈ। ਇਹ ਵੀ ਪਰਮਾਤਮਾ ਤੋਂ ਬੜਾ ਹੇਠਲਾ ਮਰਾਤਬਾ ਹੈ। ਜਿੰਨਾ ਚਿਰ ਤੂੰ ਬੈਕੁੰਠ ਦੀ ਆਸ ਰੱਖੇਗਾ, ਮਨ ਦੇ ਵਿੱਚ ਆਸ਼ਾ ਰੱਖੇਗਾ, ਲਾਲਸਾ ਰੱਖੇਗਾ, ਕਾਮਨਾ ਰੱਖੇਗਾ, ਚਾਹ ਰੱਖੇਗਾ, ਉਮੰਗ ਰੱਖੇਗਾ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਉਹਨਾਂ ਚਿਰ ਪਰਮੇਸ਼ਵਰ ਦੇ ਚਰਨਾਂ ਵਿੱਚ ਸੱਚਖੰਡ ਨਹੀਂ ਪਹੁੰਚ ਸਕਦਾ। ਤੋ ਪਰਮਾਤਮਾ ਬੈਕੁੰਠ ਲੋਕ ਤੋਂ ਵੀ ਉੱਚਾ ਹੈ। ਬੈਕੁੰਠ ਲੋਕ ਵਿਸ਼ਨੂੰ ਦਾ ਵਾਸਾ ਹੈ, ਪਰਮੇਸ਼ਵਰ ਵਿਸ਼ਨੂੰ ਤੋਂ ਵੀ ਉੱਪਰ ਨੇ।
ਜੋ ਸਦੀਵੀ ਨੇ, ਸਦਾ ਨੇ। ਤੋ ਉਹਨਾਂ ਦੇ ਚਰਨਾਂ ਵਿੱਚ ਰਿਹਾਇਸ਼ ਹਾਸਲ ਕਰਨੀ, ਟਿਕਾ ਹਾਸਲ ਕਰਨਾ, ਇਹ ਉਹਨਾਂ ਦੀ ਆਸ ਕਰੇਗਾ ਤੇ ਮਿਲੇਗਾ। ਉਹਨਾਂ ਨੂੰ ਯਾਦ ਕਰੇਗਾ ਤੇ ਉਹਨਾਂ ਤਾਈਂ ਪਹੁੰਚੇਗਾ। ਤੈਨੂੰ ਆਸ ਬੈਕੁੰਠ ਦੀ ਹੈ, ਸਵਰਗ ਤਾਈਂ ਜਾ ਸਕਦਾ, ਪਰਮਾਤਮਾ ਨਹੀਂ ਮਿਲੇਗਾ। ਕਹੋ ਕਬੀਰ ਇਹ ਕਹੀਐ ਕਾਹੇ। ਕਹਿੰਦੇ ਹੁਣ ਇਹ ਦੁਨਿਆਵੀ ਲੋਕਾਂ ਨਾਲ ਕੀ ਗੱਲਾਂ ਕਰਾਂ ਮੈਂ। ਆਪਾਂ ਰੋਜ਼ ਪੜ੍ਹਦੇ ਹਾਂ ਨਾ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਹੁਣ ਕਹਿੰਦੇ ਜਿਨ੍ਹਾਂ ਲੋਕਾਂ ਨਾਲ ਮੈਂ ਗੱਲਾਂ ਕਰਨੀਆਂ ਚਾਹ ਰਿਹਾ ਹਾਂ, ਇਹਨਾਂ ਦੀ ਉਹ ਅਵਸਥਾ ਨਹੀਂ ਹੈ। ਹੁਣ ਹੀਰੇ ਦੀ ਪਰਖ ਹਰ ਇੱਕ ਨੂੰ ਨਹੀਂ ਹੁੰਦੀ। ਤੋ ਐਵੇਂ ਤੁਸੀਂ ਸਭਾ ਦੇ ਵਿੱਚ ਹੀਰਾ ਰੱਖ ਦਿਓ ਵੀ ਇਹਦੀ ਪਰਖ ਕਰੋ, ਉਹ ਪਾਰਖੂ ਨਹੀਂ ਨੇ ਲੋਕ, ਇਹ ਅਗੰਮੀ ਬਚਨ ਨੇ। ਇਹ ਕੋਈ ਕਬੀਰ ਕਹਿੰਦੇ ਮੇਰੇ ਵਰਗੀ ਅਵਸਥਾ ਵਾਲਾ ਹੀ ਜਾਣੇ। ਹੁਣ ਆਮ ਲੋਕਾਂ ਨੂੰ ਮੈਂ ਕੀ ਸਮਝਾਵਾਂ। ਸਾਧ ਸੰਗਤ ਬੈਕੁੰਠੈ ਆਹੇ। ਸਾਧ ਸੰਗਤ ਨਾਲੋਂ ਵੱਡਾ ਕੋਈ ਸਵਰਗ ਨਹੀਂ, ਕੋਈ ਬੈਕੁੰਠ ਨਹੀਂ। ਇਹ ਗੱਲ ਹਰ ਬੰਦਾ ਨਹੀਂ ਕਹਿੰਦੇ ਸਮਝਦਾ। ਜਿੰਨੇ ਆਨੰਦ ਮਾਣਿਆ ਹੈ ਸਾਧ ਸੰਗਤ ਵਿੱਚ, ਉਹੀ ਜਾਣਦਾ ਹੈ। ਤੋ ਯਾਦ ਰੱਖਿਓ, ਉਹ ਕਹਿੰਦੇ ਨੇ ਐਕਚੁਅਲੀ ਦਾ ਸੋਸਾਇਟੀ ਆਫ ਦਾ ਸੇਂਟਸ ਇਜ਼ ਦਾ ਮਾਸਟਰਸ ਲਾਰਡਸ ਮੈਂਸ਼ਨ। ਖੁਦਾ ਦਾ ਅਸਲ ਘਰ ਸਾਧ ਸੰਗਤ ਹੈ, ਜਿੱਥੇ ਅਕਾਲ ਪੁਰਖ ਦੇ ਗੀਤ ਗਾਏ ਜਾਂਦੇ ਨੇ। ਬੈਕੁੰਠ ਤੇ ਬੜਾ ਉਰਾਂ ਹੈ, ਸਵਰਗ ਤੇ ਬੜਾ ਉਰਾਂ ਹੈ। ਬਾਣੀ ਦਾ ਫਰਮਾਨ ਹੈ, ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ, ਬੈਕੁੰਠ ਨਗਰ ਜਹਾਂ ਸੰਤ ਵਾਸਾ। ਕਹਿੰਦੇ ਜਿੱਥੇ ਵੀ ਸਾਧੂ ਟਿਕ ਜਾਵੇ ਉਹੀ ਬੈਕੁੰਠ ਹੈ, ਉਹੀ ਸਵਰਗ ਹੈ। ਜਿੱਥੇ ਵੀ ਰੱਬ ਦਾ ਨਾਮ ਜਪ ਲਓ। ਸਤ ਸੰਗਤ ਵਿੱਚ ਜਿਹੜਾ ਆ ਗਿਆ, ਜਨਮ ਮਰਨ ਕੋ ਚੂਕੋ ਸਹਸਾ, ਸਾਧ ਸੰਗਤ ਦਰਸਾਰੀ। ਪਰਮੇਸ਼ਵਰ ਦੇਵ ਨੇ ਗੀਤ ਗਾਏ, ਗੀਤ ਗਾਇਆ ਪਰਮਾਤਮਾ ਮਿਲ ਗਿਆ, ਉਹਦਾ ਜੰਮਣ ਮਰਨ ਕੱਟਿਆ ਗਿਆ। ਬੈਕੁੰਠ ਨਾਲੋਂ ਵੀ ਉੱਚੀ ਪਦਵੀ ਪਰਮਾਤਮਾ ਦੇ ਚਰਨੋਂ ਨੂੰ ਪ੍ਰਾਪਤ ਹੋ ਗਏ। ਤੋ ਕਹਿੰਦੇ ਸਾਧੂ ਜਨ ਬੈਕੁੰਠ ਦੀ ਆਸ ਵੀ ਨਹੀਂ ਰੱਖਦੇ, ਸਵਰਗ ਨੂੰ ਵੀ ਤੁੱਛ ਸਮਝਦੇ ਨੇ। ਉਹ ਕੇਵਲ ਅਕਾਲ ਪੁਰਖ ਦੇ ਚਰਨਾਂ ਨਾਲ ਹੀ ਪਸੀਜਦੇ ਨੇ। ਉਹਦੇ ਚਰਨਾਂ ਤੋਂ ਹੇਠਾਂ, ਉਹਦੀ ਪ੍ਰਾਪਤੀ ਤੋਂ ਬਿਨਾਂ ਉਹਨਾਂ ਦੇ ਅੰਦਰ ਕੋਈ ਮੰਗ ਨਹੀਂ ਹੈ। ਤੋ ਐਸੀ ਅਗੰਮੀ ਬਾਣੀ ਭਗਤ ਕਬੀਰ ਜੀ ਮਹਾਰਾਜ ਦੀ ਹੈ। ਇੱਥੇ ਦਾਸ ਸ਼ਬਦ ਦੀ ਵਿਚਾਰ ਨੂੰ ਸੰਕੋਚਦਾ ਹੈ। ਅੱਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦੇ ਸੰਬੰਧ ਵਿੱਚ ਇਹ ਗੁਰਮਤਿ ਸਮਾਗਮ ਚੱਲ ਰਹੇ ਨੇ। ਅੱਜ ਦੇ ਦਿਨ ਖੁਦ ਖੁਦਾ ਗੁਰੂ ਨਾਨਕ ਸਾਹਿਬ ਇਸ ਰੂਹੇ ਜ਼ਮੀਨ ਤੇ ਪ੍ਰਗਟ ਹੋਏ। ਗੁਰੂ ਨਾਨਕ ਸਾਹਿਬ ਦੇ ਰੁਤਬੇ ਬਾਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਫਰਮਾਨ ਹੈ, ਪਾਰ ਬ੍ਰਹਮ ਪਰਮੇਸ਼ਰ ਅਨੂਪ, ਸਫਲ ਮੂਰਤ ਗੁਰ ਤਿਸਕਾ ਰੂਪ। ਜੋ ਪਰਮਾਤਮਾ ਹਰ ਜ਼ਰੇ ਵਿੱਚ ਸਮਾਇਆ ਹੈ, ਉਹਦੀ ਸਫਲਾ ਮੂਰਤ ਗੁਰੂ ਨਾਨਕ ਦੇਵ ਮਹਾਰਾਜ ਨੇ। ਪਰਮਾਤਮਾ ਤੇ ਗੁਰੂ ਨਾਨਕ ਸਾਹਿਬ ਦੇ ਵਿੱਚ ਕੋਈ ਫਰਕ ਨਹੀਂ ਹੈ। ਗੁਰੂ ਇਜ਼ ਦਾ image of fulfillment, the embodiment of light। ਹਰ ਜ਼ਰੇ 'ਚ ਜੋ ਸਾਹ ਬਣ ਕੇ ਪ੍ਰਗਟ ਪਰਮੇਸ਼ਵਰ ਹੈ, ਉਹਦਾ ਸਰੂਪ ਗੁਰੂ ਨਾਨਕ ਹੈ। ਤੁਹਾਡੇ ਮੇਰੇ ਵਰਗਾ ਉਹ ਆਮ ਇਨਸਾਨ ਨਹੀਂ ਹੈ। ਮਹਾਰਾਜ ਕਹਿੰਦੇ ਨੇ, ਤਿਸ ਗੁਰ ਕਉ ਸਦ ਕਰੀ ਨਮਸਕਾਰ, ਤਿਸ ਗੁਰ ਕਉ ਸਦ ਜਾਓ ਬਲਿਹਾਰ। ਸਤਿਗੁਰ ਕੇ ਚਰਨ ਧੋਏ ਧੋਏ ਪੀਵਾ, ਗੁਰ ਨਾਨਕ ਜਪ ਜਪ ਸਦ ਜੀਵਾ। ਗੁਰੂ ਨਾਨਕ ਨੂੰ ਜਪ ਕੇ ਆਪਣਾ ਜੀਵਨ ਸਫਲਾ ਕਰੋ। ਐਸੇ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੇ ਪ੍ਰਕਾਸ਼ ਦਾ ਕਾਰਨ ਕੀ ਬਣਿਆ? ਯਾਦ ਰੱਖਿਓ, ਮੁੱਢ ਕਦੀਮਾ ਤੋਂ ਹਰ ਧਾਰਮਿਕ ਗ੍ਰੰਥ ਨੇ ਇਹੀ ਖਿਆਲ ਪ੍ਰਚਲਿਤ ਕੀਤਾ ਇਸ ਸੰਸਾਰ ਵਿੱਚ
ਵੀ ਅਵਤਾਰ ਇਸ ਕਾਰਨ ਆਉਂਦੇ ਨੇ। ਉਹ ਕਾਰਨ ਕੀ ਹੈ? ਜਦੋਂ ਦੁਨੀਆ ਤੇ ਭੀੜ ਪੈਂਦੀ ਹੈ, ਜ਼ੁਲਮ ਦੀ ਇੰਤਹਾ ਹੁੰਦੀ ਹੈ, ਅਗਿਆਨ ਦੀ ਓੜਕ ਹੋ ਜਾਂਦੀ ਹੈ, ਮਨੁੱਖਤਾ ਪਾਪਾਂ ਅਪਰਾਧਾਂ ਦੇ ਕੁੱਪ ਹਨੇਰੇ ਵਿੱਚ ਡੁੱਬ ਜਾਂਦੀ ਹੈ, ਪਸ਼ੂਪੁਣਾ ਮਨੁੱਖਤਾ ਤੇ ਹਾਵੀ ਹੋ ਜਾਂਦਾ, ਕਰਤੂਤ ਪਸ਼ੂ ਕੀ ਪਾਨੁਕ ਜਾਤ, ਰਾਜਸੀ ਅਤਿਆਚਾਰ ਵੱਧ ਜਾਂਦਾ ਹੈ, ਅਧਰਮ ਤੇ ਬਦੀ ਦਾ ਬੋਲ ਬਾਲਾ ਹੋ ਜਾਂਦਾ ਹੈ। ਮਨੁੱਖਤਾ ਜਿਹੜੀ ਹੈ ਐਸੀ ਦਸ਼ਾ ਦੇ ਵਿੱਚ ਦੁਖੀ ਹੋਈ ਪ੍ਰਭੂ ਅੱਗੇ ਪੁਕਾਰ ਕਰਦੀ ਹੈ ਵੀ ਸਾਡੇ ਦੁੱਖ ਕੱਟ, ਸਾਡਾ ਪਾਰ ਉਤਾਰਾ ਕਰ। ਫਿਰ ਪਰਮੇਸ਼ਵਰ ਸੰਸਾਰ ਦੀ ਹਾਲਤ ਸੁਧਾਰਨ ਦੇ ਲਈ, ਤਪਦੇ ਹੋਏ ਜਗਤ ਜਲੰਦੇ ਨੂੰ ਰੱਖਣ ਦੇ ਲਈ, ਜ਼ਾਲਮ ਅਤਿਆਚਾਰੀਆਂ ਨੂੰ ਕੁਕਰਮਾਂ ਤੋਂ ਪਾਪਾਂ ਤੋਂ ਹਟਾਉਣ ਦੇ ਲਈ, ਧਰਮ ਤੇ ਨੇਕੀ ਦੀਆਂ ਤਾਕਤਾਂ ਨੂੰ ਸੁਰਜੀਤ ਕਰਨ ਦੇ ਲਈ, ਮਨੁੱਖਤਾ ਨੂੰ ਸਿੱਧੇ ਰਾਹੇ ਪਾਉਣ ਦੇ ਲਈ, ਦੁਖੀਆਂ ਦਾ ਦਰਦ ਵੰਡਾਉਣ ਦੇ ਲਈ, ਗਿਆਨ ਦਾ ਚਾਨਣ ਕਰਨ ਦੇ ਲਈ, ਆਪਣੇ ਖਾਸ ਪਿਆਰਿਆਂ ਨੂੰ ਵਿਸ਼ੇਸ਼ ਤਾਕਤਾਂ ਦੇ ਕੇ, ਮਨੁੱਖਤਾ ਨਾਲੋਂ ਵੱਧ ਅਜ਼ਮਤਾਂ ਦੇ ਕੇ ਇਸ ਰੂਹੇ ਜ਼ਮੀਨ ਤੇ ਪ੍ਰਗਟ ਕਰਦਾ ਹੈ। ਹਾਮੀ ਇਸ ਬਾਤ ਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਸਮ ਬਾਣੀ ਵਿੱਚ ਭਰੀ ਹੈ। ਜਬ ਜਬ ਹੋਤ ਅਰਿਸ਼ਟ ਅਪਾਰਾ, ਤਬ ਤਬ ਦੇਹ ਧਰਤ ਅਵਤਾਰਾ। ਜਿਵੇਂ ਜਿਵੇਂ ਦੁਨੀਆ ਦੇ ਉੱਤੇ ਅਰਿਸ਼ਟ ਵਾਧੇ ਨੇ, ਟਾਇਰੈਂਟਸ ਵਾਧੇ ਨੇ, ਪਾਪੀ ਵਾਧੇ ਨੇ, ਤੁਹਾਡੇ ਤੇ ਧਰਮ ਦੇ ਦਰਮਿਆਨ, ਤੁਹਾਡੇ ਅਤੇ ਪਰਮੇਸ਼ਵਰ ਦੇ ਦਰਮਿਆਨ ਕੰਡੇ ਵਿਛਾਉਣ ਵਾਲੇ ਨਾਸਤਕ ਵਾਧੇ ਨੇ, ਜ਼ੁਲਮ ਕਰਨ ਵਾਲੇ ਲੋਕ ਵਾਧੇ ਨੇ, ਤਿਵੇਂ ਤਿਵੇਂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੈਂ ਦੇਹ ਧਾਰਦਾ ਹਾਂ, ਮੈਂ ਪ੍ਰਗਟ ਹੁੰਦਾ ਹਾਂ। ਤਿਵੇਂ ਤਿਵੇਂ ਦੁਨੀਆ ਦੇ ਉੱਤੇ ਪਾਪ ਨੂੰ ਮਿਟਾਉਣ ਲਈ ਅਵਤਾਰ ਆਉਂਦੇ ਨੇ। Then the Lord manifests himself in physical form। ਖੁਦਾ ਸਰੀਰ ਧਾਰ ਕੇ ਦੁਨੀਆ ਤੇ ਫਿਰ ਪ੍ਰਗਟ ਹੁੰਦਾ ਹੈ ਜਾਂ ਆਪਣੇ ਪਿਆਰਿਆਂ ਨੂੰ ਭੇਜਦਾ ਹੈ। ਤੋ ਇਉਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹ ਹਾਮੀ ਭਰ ਰਹੇ ਨੇ। ਹੋਰਾਂ ਧਰਮਾਂ ਨੂੰ ਜਦੋਂ ਪੜ੍ਹੀਏ, ਸ੍ਰੀ ਕ੍ਰਿਸ਼ਨ ਮਹਾਰਾਜ ਭਗਵਤ ਗੀਤਾ ਦੇ ਵਿੱਚ ਵੀ ਇਹ ਗਵਾਹੀ ਭਰਦੇ ਨੇ, ਯਦਾ ਯਦਾ ਹੀ ਧਰਮਸਯ ਗਲਾਨੀਰ ਭਵਤੀ ਭਾਰਤਾ ਅਭਿਯੁਧਾ ਨਮਾ ਧਰਮਸਯ ਤਦਾਤ ਮਨਮ ਸਰਾਯਾਮਯਮ। ਸ੍ਰੀ ਕ੍ਰਿਸ਼ਨ ਦੇਵ ਦੇ ਬੋਲ ਨੇ, ਜਿਵੇਂ ਜਿਵੇਂ ਧਰਮ ਵਿੱਚ ਗਿਲਾਨੀ ਆਉਂਦੀ ਹੈ, ਗਿਰਾਵਟ ਆਉਂਦੀ ਹੈ, ਤਦੋਂ ਤਦੋਂ ਕਹਿੰਦੇ ਮੈਨੂੰ ਪ੍ਰਗਟ ਹੋਣਾ ਪੈਂਦਾ ਹੈ, ਤਦੋਂ ਤਦੋਂ ਧਰਮ ਦੀ ਸਥਾਪਨਾ ਕਰਨ ਦੇ ਲਈ ਮੇਰਾ ਆਗਾਜ਼ ਹੁੰਦਾ ਹੈ। ਭਾਈ ਗੁਰਦਾਸ ਜੀ ਨੇ ਇਹ ਬਚਨ ਕਿਹਾ ਹੈ ਵੀ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਕੁਝ ਐਸੀ ਹੀ ਦਸ਼ਾ ਸੀ, ਦੁਨੀਆ ਤੇ ਪਾਪ ਛਾਇਆ ਸੀ। ਜੁਗ ਗਰਦੀ ਜਬ ਹੋਵਹਿ, ਉਲਟੇ ਜੁਗ ਕਿਆ ਹੋਏ ਵਰਤਾਰਾ। ਉਠੇ ਗਿਲਾਨੀ ਜਗਤ ਵਿੱਚ, ਵਰਤੇ ਪਾਪ ਭ੍ਰਿਸ਼ਟ ਸੰਸਾਰਾ। ਦੁਨੀਆ ਦੇ ਵਿੱਚ ਗਿਲਾਨੀ ਛਾ ਜਾਂਦੀ ਹੈ, ਵੈਰ ਭਾਵ ਪੈਦਾ ਹੋ ਜਾਂਦਾ ਹੈ, ਧਰਮਾਂ ਨਾਲ ਧਰਮ ਖਹਿੰਦੇ ਨੇ, ਲੋਕਾਂ ਨਾਲ ਲੋਕ ਖਹਿੰਦੇ ਨੇ, ਈਰਖਾ ਦੀ ਅੱਗ ਬਲਦੀ ਹੈ, ਕਤਰੋ ਗੈਰਤ ਮੱਚਦੀ ਹੈ। ਭਾਰਤ ਵਰਸ਼ ਅੰਦਰ ਦੁਨੀਆ ਤੇ ਰਾਜਸੀ ਗਿਰਾਵਟ ਆ ਚੁੱਕੀ ਸੀ। ਕਹਿਣ ਨੂੰ ਦਿੱਲੀ ਦਾ ਬਾਦਸ਼ਾਹ ਭਾਰਤ ਵਰਸ਼ ਦਾ ਬਾਦਸ਼ਾਹ ਸੀ, ਪਰ ਛੋਟੇ ਛੋਟੇ ਟੁਕੜਿਆਂ ਵਿੱਚ ਭਾਰਤ ਵੰਡਿਆ ਹੈ। ਵੱਖ ਵੱਖ ਟੁਕੜੇ ਵੱਖ ਵੱਖ ਨਵਾਬਾਂ ਦੇ ਹਾਕਮਾਂ ਦੇ ਹਵਾਲੇ ਨੇ। ਹਾਕਮ ਆਪੋ ਆਪਣੇ ਇਲਾਕੇ ਦੇ ਵਿੱਚ ਮਨ ਆਈਆਂ ਕਰਦੇ ਸਨ। ਹਾਕਮ ਦੇ ਮੂੰਹ ਦੇ ਬੋਲ ਹੀ ਕਾਨੂੰਨ ਸਨ, ਉਹੀ ਨਿਆਂ ਸੀ। ਹਾਕਮਾਂ ਨੇ ਕਾਮ, ਕ੍ਰੋਧ, ਲੋਭ ਦੀ ਮਾਰ ਦੁਨੀਆ ਤੇ ਮਚਾਈ ਹੋਈ ਸੀ। ਕਿਸੇ ਦਾ ਧਨ, ਕਿਸੇ ਦੀ ਜਾਨ ਸੁਰੱਖਿਅਤ ਨਹੀਂ ਸੀ, ਹਨੇਰਗਰਦੀ ਛਾਈ ਸੀ। ਹਿੰਦੂ ਲੋਕਾਂ ਤੇ ਖਾਸ ਕਰ ਅਤਿਆਚਾਰ ਕੀਤਾ ਜਾਂਦਾ ਸੀ। ਹਿੰਦੂ ਲੋਕ ਜ਼ਬਰ ਦਾ ਸ਼ਿਕਾਰ ਹੋ ਰਹੇ ਸਨ। ਹਿੰਦੂ ਪ੍ਰਜਾ ਦੇ ਸਿਰ ਤੇ ਤਲਵਾਰ ਲਹਿਰਾ ਰਹੀ ਸੀ।
ਜਬਰੀ ਉਹਨਾਂ ਨੂੰ ਮੁਸਲਮਾਨ ਕੀਤਾ ਜਾ ਰਿਹਾ ਸੀ, ਬਹੁ ਬੇਟੀਆਂ ਦੀ ਬੇਪਤੀ ਕੀਤੀ ਜਾ ਰਹੀ ਸੀ। ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਇਸ ਅੰਧੇਰ ਗਰਦੀ ਦਾ ਜ਼ਿਕਰ ਆਪਣੀ ਬਾਣੀ ਵਿੱਚ ਕੀਤਾ ਹੈ। ਸ਼ਲੋਕ ਮਹੱਲਾ ਪਹਿਲਾ। ਕਲ ਘਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਆ। ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਹਿ ਚੜਿਆ। ਕਹਿੰਦੇ ਕਲਯੁਗ ਦੇ ਰਾਜੇ ਕਸਾਈ ਬਣੇ ਹੋਏ ਨੇ, ਲੋਕਾਂ ਦਾ ਹੱਕ ਮਾਰ ਰਹੇ ਨੇ, ਧਰਮ ਕਿਧਰੇ ਖੰਭ ਲਾ ਕੇ ਉੱਡ ਗਿਆ। ਜਿਵੇਂ ਮੱਸਿਆ ਦੀ ਰਾਤ ਹਨੇਰ ਗਰਦੀ ਹੁੰਦੀ ਹੈ, ਇੱਦਾਂ ਕਹਿੰਦੇ ਕੂੜ ਦੀ ਰਾਤ ਛਾ ਗਈ ਤੇ ਚੰਦ ਵਰਗਾ ਸੱਚ ਕਿਧਰੇ ਉੱਡ ਗਿਆ, ਨਜ਼ਰ ਹੀ ਨਹੀਂ ਆ ਰਿਹਾ। ਸਿਆਸੀ ਗਿਰਾਵਟ ਤੇ ਆਈ ਏ, ਨਾਲ ਨਾਲ ਧਰਮੀ ਗਿਰਾਵਟ ਵੀ ਆ ਗਈ। ਧਰਮੀ ਆਗੂਆਂ ਦਾ ਹਾਲ ਬੁਰਾ ਸੀ। ਕਾਜ਼ੀ ਸੈਯਦ ਲੋਕਾਂ ਵਿੱਚ ਮਜ਼ਹਬੀ ਈਰਖਾ ਪੈਦਾ ਕਰ ਰਹੇ ਸਨ, ਲੋਕਾਂ ਨੂੰ ਕੁਰਾਏ ਪਾ ਰਹੇ ਸਨ। ਕਾਜੀ ਹੋਏ ਕੈ ਬਹੇ ਨਿਆਏ, ਫੇਰੇ ਤਸਬੀ ਕਰੇ ਖੁਦਾਏ। ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੇ ਤਾਂ ਪੜ੍ਹ ਸੁਣਾਏ। ਕਹਿੰਦੇ ਕਾਜੀ ਲੋਕ ਰਿਸ਼ਵਤੀ ਹੋ ਗਏ, ਦੇਖਣ ਨੂੰ ਮਾਲਾ ਫੇਰਦੇ ਨੇ, ਪਰ ਲੋਕਾਂ ਕੋਲੋਂ ਵੱਡੀ ਲੈ ਕੇ ਨਿਆਂ ਕਰਦੇ ਸਨ। ਤੇ ਜੇ ਕੋਈ ਆਵਾਜ਼ ਉਠਾਉਂਦਾ ਸੀ ਵੀ ਤੁਸੀਂ ਗਲਤ ਕਰ ਰਹੇ ਹੋ, ਤਾਂ ਇਹ ਲੋਕ ਸ਼ਰ੍ਹਾ ਦੀ ਗੱਲ ਸੁਣਾ ਕੇ ਅਗਲੇ ਦੀ ਜ਼ੁਬਾਨ ਬੰਦ ਕਰ ਦਿੰਦੇ ਸਨ। ਦੂਸਰੀ ਤਰਫ ਜਿਹੜੇ ਹਿੰਦੂਆਂ ਦੇ ਧਾਰਮਿਕ ਆਗੂ ਸਨ, ਤੁਰਕ ਮੰਤਰ ਕਨ ਹਿਰਦੈ ਸਮਾਹੇ, ਲੋਕ ਮੁਹਾਵਹਿ ਚਾੜੀ ਖਾਹੇ। ਇਹ ਵੀ ਕੰਨਾਂ ਦੇ ਵਿੱਚ ਜਿਹੜੇ ਬੋਲ ਸੁਣਦੇ ਸਨ, ਤੁਰਕਾਂ ਦਾ ਜੋ ਹੁਕਮ ਸੀ ਉਹੀ ਟਿਕਾਈ ਬੈਠੇ ਸਨ। ਇਹਨਾਂ ਨੇ ਹਿੰਦੂ ਧਰਮ ਨੂੰ ਤੇ ਕੀ ਬਚਾਉਣਾ ਸੀ, ਆਪ ਹੀ ਚੁਗਲੀ ਕਰਕੇ ਮੁਗਲ ਹਾਕਮਾਂ ਦੇ ਪਾਸ ਹਿੰਦੂ ਲੋਕਾਂ ਦਾ ਘਾਣ ਕਰਾ ਰਹੇ ਸਨ। ਆਪ ਬੁੱਲੇ ਲੁੱਟ ਰਹੇ ਸਨ, ਆਪ ਐਸ਼ ਕਰ ਰਹੇ ਸਨ, ਇਨਾਮ ਲੈ ਰਹੇ ਸਨ ਹਾਕਮਾਂ ਕੋਲੋਂ। ਤੇ ਇਉਂ ਧਾਰਮਿਕ ਦੁਨੀਆ ਵੀ ਮਾਇਆ ਦੇ ਪ੍ਰਭਾਵ ਹੇਠ ਸੀ। ਜਿਸ ਧਰਮ ਦੇ ਲੋਕ ਮਾਇਆ ਦੇ ਪ੍ਰਭਾਵ ਹੇਠ ਆ ਜਾਣ ਤਾਂ ਸਮਝ ਲਿਓ ਮਨੁੱਖਤਾ ਦਾ ਘਾਣ ਹੋਵੇਗਾ। ਖੈਰ ਹਾਲਾਤ ਐਸੇ ਬਣੇ ਹੋਏ ਨੇ, ਜੱਗ ਵਿੱਚ ਛਾਈ ਹੋਈ ਪਾਪ ਗਰਦੀ ਦੇ ਕਾਰਨ ਲੋਕਾਈ ਦੀ ਪੁਕਾਰ ਤੇ, ਧਰਤੀ ਦੀ ਪੁਕਾਰ ਤੇ, ਧਰਮ ਦੀ ਪੁਕਾਰ ਤੇ ਅਕਾਲ ਪੁਰਖ ਨੇ ਆਪਣਾ ਗੁਰੂ ਅਵਤਾਰ ਗੁਰੂ ਨਾਨਕ ਦੁਨੀਆ ਤੇ ਪ੍ਰਗਟ ਕੀਤਾ ਹੈ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਪਾਰ ਬ੍ਰਹਮ ਪੂਰਨ ਬ੍ਰਹਮ, ਕਲਯੁਗ ਅੰਦਰ ਇੱਕ ਦਿਖਾਇਆ। ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਚਾਰ ਵਰਨ ਇੱਕ ਵਰਨ ਕਰਾਇਆ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਕਲ ਤਾਰਨ ਗੁਰ ਨਾਨਕ ਆਇਆ। ਅਕਾਲ ਪੁਰਖ ਦਾ ਰੂਪ ਗੁਰੂ ਨਾਨਕ ਦੁਨੀਆ ਤੇ ਪ੍ਰਗਟ ਹੋਏ। ਧਰਤੀ ਦੀ ਪੁਕਾਰ ਤੇ, ਧਰਮ ਦੀ ਪੁਕਾਰ ਤੇ ਸਿੱਖਾਂ ਨੇ ਗੁਰਾਂ ਦੀ ਸੇਵਾ ਕੀਤੀ, ਚਰਨਾ ਅੰਮ੍ਰਿਤ ਲਿਆ, ਜੀਵਨ ਸਫਲਾ ਕਰ ਲਿਆ। ਦੁਨੀਆ ਦੇ ਉੱਤੇ ਇੱਕ ਅਕਾਲ ਪੁਰਖ ਦੀ ਪੂਜਾ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤੀ। ਲੋਕ ਚਾਰ ਵਰਨਾਂ ਵਿੱਚ ਵੰਡੇ ਹੋਏ ਸਨ। ਮਹਾਰਾਜ ਨੇ ਸਾਰੀ ਮਨੁੱਖਤਾ ਨੂੰ ਇੱਕ ਧਾਗੇ ਵਿੱਚ ਪਰੋ ਦਿੱਤਾ। ਕਲਯੁਗ ਦੇ ਅੰਦਰ ਸਤ ਸਰੂਪ ਅਕਾਲ ਪੁਰਖ ਦਾ ਸਤਨਾਮ ਜੋ ਮੰਤਰ ਹੈ, ਦ੍ਰਿੜ ਕਰਵਾ ਕੇ ਲੋਕਾਈ ਨੂੰ ਰੋਗਾਂ ਤੋਂ ਸੋਗਾਂ ਤੋਂ ਉਭਾਰ ਲਿਆ, ਤਾਰ ਲਿਆ। ਇਹਨੂੰ ਕਹਿੰਦੇ ਨੇ ਭਾਈ ਗੁਰਦਾਸ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ। ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਬਾਬੇ ਤਾਰੇ ਚਾਰ ਚੱਕ
ਨੌਖੰਡ ਪ੍ਰਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਭਾਈ ਗੁਰਦਾਸ ਕਹਿੰਦੇ ਗੁਰੂ ਨਾਨਕ ਦੇ ਪ੍ਰਗਟ ਹੁੰਦਿਆਂ ਹੀ ਰੋਗਾਂ ਦੀ, ਸੋਗਾਂ ਦੀ, ਅਗਿਆਨ ਦੀ, ਜਾਤ ਪਾਤ ਦੀ, ਵਰਣ ਵੰਡ ਦੀ ਧੁੰਦ ਉੱਡ ਗਈ। ਗਿਆਨ ਦਾ ਚਾਨਣ ਹੋਇਆ। ਜਿਵੇਂ ਸੂਰਜ ਦੇ ਸਾਵੇਂ ਤਾਰੇ ਨਹੀਂ ਟਿਕ ਸਕਦੇ, ਸੂਰਜ ਦੇ ਚੜ੍ਹਦਿਆਂ ਤਾਰੇ ਛਿਪਦੇ ਨੇ, ਇਉਂ ਅਗਿਆਨਤਾ ਗੁਰੂ ਨਾਨਕ ਦੇ ਸਾਵੇਂ ਟਿਕ ਨਾ ਸਕੀ। ਜਿਵੇਂ ਇੱਕ ਸ਼ੇਰ ਦੇ ਸਾਵੇਂ ਹਿਰਨਾਂ ਦੀ ਡਾਰ ਨਹੀਂ ਖਲੋਂਦੀ, ਇਉਂ ਪਾਪ ਗੁਰੂ ਨਾਨਕ ਦੇ ਸਾਵੇਂ ਨਾ ਟਿਕ ਸਕੇ। ਜਿੱਥੇ ਵੀ ਗੁਰੂ ਨਾਨਕ ਨੇ ਚਰਨ ਪਾਏ, ਲੋਕਾਈ ਨੇ ਪੂਜਾ ਸ਼ੁਰੂ ਕਰ ਦਿੱਤੀ। ਰੋਜ਼ ਬਾਣੀ ਵਿੱਚ ਤੁਸੀਂ ਪੜ੍ਹਦੇ ਹੋ, ਜਿੱਥੇ ਜਾਏ ਬਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਰਾਮ ਰਾਜੇ ਗੁਰ ਸਿੱਖੀ ਸੋ ਥਨ ਭਾਲਿਆ ਲੈ ਧੂੜ ਮੁਖ ਲਾਵਾ। ਗੁਰੂ ਨਾਨਕ ਜਿੱਥੇ ਜਿੱਥੇ ਵੀ ਗਏ ਸਿੱਖਾਂ ਨੂੰ ਉਪਦੇਸ਼ ਕੀਤਾ, ਤੁਹਾਡਾ ਘਰ ਧਰਮਸ਼ਾਲਾ ਬਣ ਜਾਵੇ। ਹਰ ਘਰ ਵਿੱਚ ਅਕਾਲ ਪੁਰਖ ਦੇ ਨਾਮ ਦੇ ਗੀਤ ਗੂੰਜਣ, ਹਰ ਘਰ ਦੇ ਵਿੱਚ ਲੰਗਰ ਲੱਗ ਜਾਣ। ਇਉਂ ਦੀਨ ਦੁਨੀਆ ਦੇ ਮਾਲਕ ਨੇ ਕਿੰਨੇ ਕੁ ਲੋਕ ਤਾਰੇ ਨੇ, ਗਿਣਤੀ ਨਹੀਂ। ਕਹਿੰਦੇ 9 ਖੰਡਾਂ ਦੇ ਵਿੱਚ, 4 ਦਿਸ਼ਾਵਾਂ ਦੇ ਵਿੱਚ ਕਰੋੜਾਂ ਨੂੰ ਤਾਰ ਦਿੱਤਾ। ਇਉਂ ਮਹਾਂਪੁਰਸ਼ ਖੁਦ ਖੁਦਾ ਗੁਰੂ ਨਾਨਕ ਦੇਵ ਦੁਨੀਆ ਦੇ ਉੱਤੇ ਪ੍ਰਗਟ ਹੋਏ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜੀ ਕੌਣ ਆਇਆ ਹੈ? ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਖੁਦ ਖੁਦਾ ਜੋਤ ਸਰੂਪ ਅਕਾਲ ਪੁਰਖ ਆਪ ਪ੍ਰਗਟ ਹੋਏ ਨੇ। ਦਾ ਐਮਬੋਡੀਮੈਂਟ ਆਫ ਲਾਈਟ, ਦਾ ਲਾਰਡ ਹਿਮਸੈਲਫ, ਹੀ ਹਿਮਸੈਲਫ ਇਜ਼ ਕਾਲਡ ਗੁਰੂ ਨਾਨਕ। ਉਹ ਆਪ ਅਕਾਲ ਪੁਰਖ ਗੁਰੂ ਨਾਨਕ ਬਣ ਕੇ ਪ੍ਰਗਟ ਹੋਇਆ। ਦਿਹਾੜਾ ਕਿਹੜਾ ਸੀ ਜੀ? 1526 ਬਿਕਰਮੀ ਸੰਮਤ ਕੱਤਕ ਸੁਦੀ ਪੂਰਨਮਾਸ਼ੀ। ਬਾਬਾ ਮਹਿਤਾ ਕਾਲੂ ਚੰਦ ਜੀ ਤੇ ਮਾਤਾ ਤ੍ਰਿਪਤਾ ਜੀ, ਇਹ ਭਾਗਾਂ ਵਾਲੇ ਮਾਈ ਬਾਪ ਨੇ, ਜਿਨ੍ਹਾਂ ਦੇ ਗ੍ਰਹਿ ਵਿਖੇ ਰਾਏ ਭੋਏ ਦੀ ਤਲਵੰਡੀ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਨੇ। ਇਹ ਮਹਿਤਾ ਕਲਿਆਣ ਦਾਸ ਜੀ ਦਾ ਅਸਲ ਪਿੰਡ ਪੱਠੇਵਿੰਡ ਹੈ, ਜੋ ਅੱਜ ਕੱਲ੍ਹ ਡੇਰਾ ਸਾਹਿਬ ਕਰਕੇ ਪ੍ਰਚਲਿਤ ਹੈ, ਔਰ ਦਾਸ ਦੇ ਪਿੰਡ ਮੁੰਡਾ ਪਿੰਡ ਤੋਂ ਕੇਵਲ 3 ਕਿਲੋਮੀਟਰ ਦੂਰ ਹੈ। ਇਹ ਰਾਏ ਭੋਏ ਦੀ ਤਲਵੰਡੀ ਪਟਵਾਰੀ ਦੀ ਜੌਬ ਕਰਨ ਗਏ ਸਨ, ਫਿਰ ਉੱਥੇ ਵਸ ਗਏ। ਤੋ ਮਾਤਾ ਤ੍ਰਿਪਤਾ ਜੀ ਦਾ ਨਗਰ ਪਿੰਡ ਚਾਹਲ ਹੈ, ਲਾਹੌਰ ਦਾ ਇਲਾਕਾ। ਗੁਰੂ ਨਾਨਕ ਸਾਹਿਬ ਤੋਂ ਵੱਡੀ ਇੱਕ ਭੈਣ ਹੈ ਬੇਬੇ ਨਾਨਕੀ, ਜੋ 1521 ਬਿਕਰਮੀ ਸੰਮਤ ਵਿੱਚ ਪਿੰਡ ਚਾਹਲ ਨਾਨਕੇ ਹੀ ਪੈਦਾ ਹੋਈ ਸੀ। ਨਾਨਕੇ ਪੈਦਾ ਹੋਈ ਕਰਕੇ ਨਾਮ ਰੱਖਿਆ ਗਿਆ ਨਾਨਕੀ। ਤੋ ਇਹ ਗੁਰੂ ਕਾ ਪਰਿਵਾਰ ਹੈ। ਖੈਰ, ਕਈ ਵਾਰ ਅਸੀਂ ਕਹਿ ਦਿੰਦੇ ਹਾਂ ਵੀ ਗੁਰੂ ਨਾਨਕ ਦੇਵ ਮਹਾਰਾਜ ਸਾਡੇ ਵਰਗੇ ਆਮ ਇਨਸਾਨ ਹੀ ਨੇ। ਹਾਂ, ਉਹਨਾਂ ਮਨੁੱਖਤਾ ਦੇ ਭਲੇ ਦੇ ਕੰਮ ਕੀਤੇ, ਤੋ ਇਸ ਕਰਕੇ ਉਹਨਾਂ ਦੀ ਵਡਿਆਈ ਹੈ, ਉਹ ਕੋਈ ਅਵਤਾਰ ਨਹੀਂ। ਪਰ ਗੁਰਬਾਣੀ ਨੂੰ ਪੁੱਛੋ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜੀ, ਗੁਰੂ ਨਾਨਕ ਅਵਤਾਰ ਨੇ, ਗੁਰੂ ਨਾਨਕ ਜਾਂ ਆਮ ਇਨਸਾਨ ਨੇ? ਤੇ ਗੁਰਬਾਣੀ ਨੇ ਜਿਹੜੀ ਗਵਾਹੀ ਭਰੀ ਹੈ, ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਦੁਨੀਆ ਤੇ ਬੜੇ ਬੜੇ ਅਵਤਾਰ ਆਏ। ਅਵਤਾਰਾਂ ਦਾ ਕੋਈ ਖੰਡਨ ਨਹੀਂ ਹੈ, ਪਖੰਡ ਦਾ ਖੰਡਨ ਹੈ। ਮਹਾਰਾਜ ਕਹਿੰਦੇ ਗੁਰੂ ਨਾਨਕ ਜੀ ਤੁਸੀਂ ਵੀ ਅਵਤਾਰ ਹੋ, ਪਰ ਪਰਮਾਤਮਾ ਦੇ ਭੇਜੇ ਅਵਤਾਰਾਂ ਵਰਗੇ ਅਵਤਾਰ ਨਹੀਂ ਹੋ, ਤੁਸੀਂ ਖੁਦ ਖੁਦਾ ਦਾ ਅਵਤਾਰ ਹੋ। ਸਾਫ ਭੱਟ ਸਾਹਿਬਾਨਾ ਲਿਖਿਆ, ਗਾਵਹਿ ਕਪਿਲਾਦ ਆਦ ਜੋਗੇਸਰ ਅਪਰੰਪਰ ਅਵਤਾਰ ਵਰੋ। ਦੁਨੀਆ ਦੇ ਉੱਤੇ ਕਪਲ ਆਦਿਕ ਰਿਸ਼ੀ ਅਤੇ ਪੁਰਾਤਨ ਜਿੰਨੇ ਵੀ ਵੱਡੇ ਵੱਡੇ ਜੋਗੀ ਮਹਾਂਪੁਰਸ਼ ਅਵਤਾਰ ਆਏ, ਉਹ ਸਾਰੇ ਹੀ ਪਰਮਾਤਮਾ ਦੇ ਸ਼੍ਰੋਮਣੀ ਅਵਤਾਰ ਗੁਰੂ ਨਾਨਕ ਨੂੰ ਧਿਆਉਂਦੇ ਨੇ, ਜੋ ਅਪਰੰਪਰ ਹੈ, ਸਭ ਤੋਂ ਪਰੇ ਹੈ, ਜੋ ਸਭ ਤੋਂ ਵੱਡਾ ਹੈ। ਉਹਦੇ ਗੀਤ ਗਾਉਂਦੇ ਨੇ। ਗਾਵੈ ਜਮਦਗਨ ਪਰਸਰਾਮੇਸ਼ੁਰ ਕਰ ਕੁਠਾਰ ਰਗ ਤੇਜ ਹਰਿਓ। ਪਰਸ਼ੁਰਾਮ ਵਰਗੇ ਮਹਾਂਪੁਰਸ਼, ਰਾਮਚੰਦਰ ਜੀ ਵਰਗੇ ਮਹਾਂਪੁਰਸ਼ ਜਿਸ ਅਕਾਲ ਪੁਰਖ ਨੂੰ ਗਾਉਂਦੇ ਨੇ, ਉਹੀ ਗੁਰੂ ਨਾਨਕ ਦੇਵ ਬਣ ਕੇ ਦੁਨੀਆ ਤੇ ਆਇਆ। ਉਧੋ ਅਕਰੂਰ ਬਿਦਰ ਗੁਣ ਗਾਵੈ, ਸਰਬ ਆਤਮ ਜਿਨ ਜਾਣਿਓ, ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਗੁਰੂ ਨਾਨਕ ਨੂੰ ਊਧਵ ਵੀ ਗਾਉਂਦਾ ਹੈ,
ਅਕਰੂਰ ਵੀ ਗਾਉਂਦਾ ਹੈ। ਸਭ ਮਹਾਪੁਰਸ਼ ਅਵਤਾਰ ਮਹਾਤਮਾ ਰਾਜੇ ਜੋਗੀ ਗੁਰੂ ਨਾਨਕ ਨੂੰ ਗਾਉਂਦੇ ਨੇ। ਹੋਰਾਂ ਅਵਤਾਰਾਂ ਨੂੰ ਤੇ ਪ੍ਰਮਾਤਮਾ ਕੁਝ ਕਰਾਮਾਤਾਂ ਕਲਾ ਦੇ ਕੇ ਭੇਜਦਾ ਹੈ। ਗੁਰੂ ਨਾਨਕ ਨੂੰ ਅਕਾਲ ਪੁਰਖ ਦਾ ਸਰੂਪ ਹੋਣ ਦਾ ਮਾਣ ਹੈ, ਜੋ ਸਮੁੱਚੀਆਂ ਕਲਾ ਦੇ ਮਾਲਕ ਨੇ। ਬਲਿਓ ਚਿਰਾਗ ਅੰਧਾਰ ਮਹਿ ਸਭ ਕਲ ਉਦਰੀ, ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ। ਜਨ ਨਾਨਕ ਗੁਰ ਪਾਰ ਬ੍ਰਹਮ, ਗੁਰੂ ਨਾਨਕ ਦੁਨੀਆ ਵਿੱਚ ਪਰਮੇਸ਼ਵਰ ਸਰੂਪ ਪ੍ਰਗਟ ਹੋਏ ਨੇ। ਦਾ ਲਾਰਡ ਇਜ਼ ਰਿਵੀਲਡ in all the worlds in the form of ਗੁਰੂ ਨਾਨਕ। ਖੁਦਾ ਪ੍ਰਗਟ ਹੋ ਗਿਆ ਗੁਰੂ ਨਾਨਕ ਬਣ ਕੇ। ਭਾਈ ਗੁਰਦਾਸ ਨੂੰ ਪੁੱਛੋ ਇਹ ਦੁਨੀਆ ਤੇ ਕੌਣ ਆਇਆ ਹੈ? ਗੁਰ ਪਰਮੇਸ਼ਰ ਇੱਕ ਹੈ, ਸੱਚਾ ਸਾਹੋ ਜਗਤ ਵਣਜਾਰਾ, ਚੜ ਸੂਰ ਮਿਟ ਜਾਏ ਅੰਧਾਰਾ। ਭਾਈ ਨੰਦ ਲਾਲ ਨੂੰ ਪੁੱਛੋ, ਗੁਰੂ ਗੋਬਿੰਦ ਸਿੰਘ ਦੇ ਹਜ਼ੂਰੀ ਕਵੀ, ਇਹ ਕੌਣ ਦੁਨੀਆ ਤੇ ਪ੍ਰਗਟ ਹੋਏ? ਵਾਸਿਫ ਖੁਦ ਹੱਕੁਲ ਮੁਤਾਲ ਵਾ ਤਾਲੇਬਸ਼ ਖੁਦ ਜ਼ਾਤੇ ਲਾ ਯਾਜ਼ਾਲ। ਫਾਰਸੀ ਦੇ ਪਰਸ਼ੀਅਨ ਦੇ ਮਹਾਨ ਵਿਦਵਾਨ ਭਾਈ ਨੰਦ ਲਾਲ ਕਹਿੰਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਖੁਦਾ ਦੀ ਸਿਫਤ ਕਰਨ ਵਾਲੇ, ਖੁਦ ਸਭ ਤੋਂ ਉੱਚੇ, ਖੁਦਾ ਦਾ ਸਰੂਪ ਦੁਨੀਆ ਤੇ ਪ੍ਰਗਟ ਹੋਏ ਨੇ। ਉਹਨਾਂ ਦੇ ਵਰਗਾ ਦੂਸਰਾ ਕੋਈ ਰੂਹੇ ਜ਼ਮੀਨ ਤੇ ਨਹੀਂ ਹੈ। ਫਿਰ ਸਿੱਖ ਜਗਤ ਦੇ ਸਭ ਤੋਂ ਮਹਾਨ ਕਵੀ, ਬ੍ਰਿਜ ਭਾਸ਼ਾ ਫਾਰਸੀ, ਸੰਸਕ੍ਰਿਤ, ਉਰਦੂ, ਗੁਰਮੁਖੀ, ਪੰਜਾਬੀ, ਹਿੰਦੀ ਜਾਣਨ ਵਾਲੇ ਕਵਿਰਾਜ ਸੰਤੋਖ ਸਿੰਘ ਜੀ ਨੂੰ ਪੁੱਛੋ ਇਹ ਕੌਣ ਦੁਨੀਆ ਤੇ ਆਇਆ ਹੈ? ਕਹਿੰਦੇ ਏਕੰਕਾਰ ਧਾਰ ਨਿਜ ਰੂਪਾ, ਪ੍ਰਗਟੇ ਸਤਿਗੁਰ ਰੂਪ ਅਨੂਪਾ। ਖੁਦ ਓੰਕਾਰ ਅਕਾਲ ਪੁਰਖ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ। ਹੁਣ ਸਾਰੇ ਹੀ ਬ੍ਰਹਮ ਸਰੂਪ ਗੁਰੂ ਕੇ ਪਿਆਰੇ ਗੁਰਸਿੱਖ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਅਕਾਲ ਪੁਰਖ ਦਾ ਸਰੂਪ ਵਰਣਨ ਕਰ ਰਹੇ ਨੇ ਆਪਣੇ ਗਲੂਏ ਮੁਬਾਰਕ ਤੋਂ। ਸੋ ਭਾਈ ਗੁਰਦਾਸ ਜੀ ਨਾਲੋਂ, ਭਾਈ ਨੰਦ ਲਾਲ ਜੀ ਨਾਲੋਂ, ਕਵੀ ਭਾਈ ਸੰਤੋਖ ਸਿੰਘ ਜੀ ਨਾਲੋਂ ਇਹ ਜਿਹੜੇ ਅੱਜ ਕੱਲ੍ਹ ਤਰਕ ਕਰਦੇ ਨੇ ਵੀ ਗੁਰੂ ਨਾਨਕ ਆਮ ਇਨਸਾਨ ਹੈ, ਇਹ ਉੱਚੇ ਨੇ। ਇਹਨਾਂ ਦੀ ਕੀ ਔਕਾਤ ਹੈ ਉਹਨਾਂ ਮਹਾਂਪੁਰਸ਼ਾਂ ਅੱਗੇ? ਅਖੀਰ ਸਭ ਤੋਂ ਉੱਚੀ ਸੁੱਚੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਦੀ ਹੈ। ਉਹਦੇ ਤੋਂ ਵੱਡਾ ਕੋਈ ਮਹਾਂਪੁਰਸ਼ ਨਹੀਂ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜੇ ਅਵਰ ਨਾ ਕੋਏ। ਤੇ ਗੁਰਬਾਣੀ ਦਾ ਇਹ ਫੈਸਲਾ ਹੈ, ਗੁਰੂ ਨਾਨਕ ਦੇਵ ਗੋਵਿੰਦ ਰੂਪ, ਗੁਰੂ ਨਾਨਕ ਹੀ ਖੁਦਾਇਆ ਹੈ। ਤੋ ਇਹ ਕਦੇ ਸ਼ੰਕਾ ਨਹੀਂ ਰੱਖਣਾ ਵੀ ਉਹ ਆਮ ਇਨਸਾਨ ਸਨ। ਇੱਕ ਕਾਮਲ ਮਹਾਤਮਾ ਮੁਹੰਮਦ ਇਕਬਾਲ ਵੱਡੇ ਵਿਦਵਾਨ ਨੇ, ਤੋ ਬੜੀ ਕਲਮ ਵਿੱਚ ਕਾਮਲਤਾ ਹੈ ਉਹਨਾਂ ਦੇ। ਉਹਨਾਂ ਨੇ ਕਲਾਮੇ ਇਕਬਾਲ ਪ੍ਰਗਟ ਕਰਦਿਆਂ ਬਾਂਗੇ ਦਰਾ ਨਜ਼ਮ ਦੇ ਵਿੱਚ ਨਾਨਕ ਨਾਮ ਹੇਠ ਇਹ ਬਚਨ ਲਿਖੇ ਨੇ, ਫਿਰ ਉੱਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ, हिंद को एक मर्दे कामल ने जगाया ख्वाब से। मर्दे कामल करामात विच पूरा उठिया है भारत वर्ष अंदर गुरु नानक, जिन्हें गाफलता विच सुती हुई मनुखता नूं उठाया है। कामल मन्निया है इस मुसलमान कवि ने गुरु नानक नूं, ते साडे वाले आंदे गुरु नानक च करामात नहीं है। किड्डा क वड्डा है गुरु नानक। गुरु ग्रंथ साहब कहते गुर समर्थ, गुर निरंकार, गुर ऊंचा अगम अपार। My Guru is all powerful, my Guru is formless, Guru is lofty। गुरु वर्गी बुलंद हस्ती किसे दी नहीं है, he is inaccessible। गुरु नानक समर्थ ने एडी बुलंद हस्ती ने, गुर की महिमा अगम है क्या कथे कथनहार। कोई भी कथाकार चमदी जुबान नाल गुरु नानक दा अंत नहीं पा सकता। गुरु नानक सागर है ते कथाकार एक बुलबुले वाली औकात रखते ने। सो गुरु नानक समर्थ है, निराकार अकाल पुरख दा स्वरूप है। जितड़े फल मन बांशिया है तितड़े सतगुर पास। जो भी तुहाडे मन की इच्छा है गुरु नानक समर्थ ने फल देण दे विच, ऑल द रिवार्ड्स विच द माइंड डिजायर्स
ਔਰ ਵਿਦ ਦਾ ਟਰੂ ਗੁਰੂ ਤੇਰੇ ਮਨ ਦੀ ਹਰ ਇੱਛਾ ਗੁਰੂ ਨਾਨਕ ਪੂਰੀ ਕਰ ਸਕਦਾ ਹੈ। ਐਡਾ ਸਮਰੱਥ ਹੈ, ਕਿੰਨੇ ਕੁ ਵੱਡੇ ਨੇ, ਕਿੰਨੀ ਕੁ ਕਰਾਮਾਤ ਹੈ, ਬੇਅੰਤ ਕੌਤਕ ਉਹਨਾਂ ਦੇ ਜੀਵਨ ਵਿੱਚ ਮਿਲਦੇ ਨੇ। ਅੱਜ ਕੱਲ੍ਹ ਜਿਹੜਾ ਸਭ ਤੋਂ ਵੱਡਾ ਤਰਕ ਚੱਲ ਰਿਹਾ ਹੈ ਨਾ ਗੁਰੂ ਨਾਨਕ ਦੀ ਅਜ਼ਮਤ ਤੇ, ਆਖੇ ਜੀ ਮੱਕਾ ਕਾਬਾ ਨਹੀਂ ਫੇਰਿਆ, ਮਨ ਫੇਰੇ ਸਨ। ਮੈਂ ਉਹ ਸਾਖੀ ਸਾਂਝੀ ਕਰ ਦਿੰਦਾ। ਇੱਕ ਪੁਸਤਕ ਹੈ ਸਿਆਹਤੋ ਬਾਬਾ ਨਾਨਕ ਸ਼ਾਹ ਫਕੀਰ, ਅਰਬੀ ਫਾਰਸੀ ਦੇ ਮਹਾਨ ਵਿਦਵਾਨ ਹੋਏ ਨੇ ਤਾਜੁਦੀਨ ਨਕਸ਼ਬੰਦੀ। ਤੋ ਤਾਜੁਦੀਨ ਦਾ ਰੋਜ਼ਨਾਮਚਾ ਹੈ, ਉਹਨਾਂ ਦੀ ਡਾਇਰੀ ਹੈ, ਉਹਨਾਂ ਦੀ ਲਿਖਤ ਹੈ, ਜਿਹਨੂੰ ਇੰਗਲਿਸ਼ ਦੇ ਵਿੱਚ ਪਬਲਿਸ਼ ਕੀਤਾ ਹੈ ਸੰਤ ਸੈਯਦ ਪ੍ਰਿਥੀਪਾਲ ਸਿੰਘ ਨੇ, ਜਿਨ੍ਹਾਂ ਦਾ ਅਸਲ ਨਾਮ ਮੁਸ਼ਤਾਕ ਹੁਸੈਨ ਸ਼ਾਹ ਸੀ। 1902 ਤੋਂ ਲੈ ਕੇ 1969 ਤਾਈਂ ਇਹ ਜ਼ਿੰਦਾ ਰਹੇ। ਇਹਨਾਂ ਦੀ ਉਮਰਾਂ ਕੁਝ ਇੰਨਾ ਕੁ ਸਮਾਂ ਰਹੀ ਹੈ। ਇਹ ਜਿਹੜਾ ਤਾਜੁਦੀਨ ਹੈ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਮਿਡਲ ਈਸਟ ਵਿੱਚ ਗਏ ਨੇ, 2 ਸਾਲ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਰਿਹਾ ਹੈ, ਔਰ ਜਿਹੜੇ ਜਿਹੜੇ ਕੌਤਕ ਗੁਰੂ ਨਾਨਕ ਦੇਵ ਜੀ ਨੇ ਵਰਤਾਏ ਨੇ ਇਹ ਸਾਰੇ ਰੋਜ਼ਨਾਮਚੇ ਵਿੱਚ ਲਿਖਦਾ ਗਿਆ। ਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਮਿਡਲ ਈਸਟ ਤੋਂ ਵਾਪਸ ਪਰਤੇ ਨੇ, ਤੋ ਇਸ ਫਕੀਰ ਨੇ ਉਹ ਜਿਹੜੀ ਲਿਖਤ ਹੈ ਨਾ, ਉਹ ਜਿਹੜੀ ਮੈਨੂਸਕ੍ਰਿਪਟ ਹੈ, ਉਹ ਮਦੀਨੇ ਦੀ ਲਾਇਬ੍ਰੇਰੀ ਵਿੱਚ ਸਬਮਿਟ ਕਰ ਦਿੱਤੀ, ਮਦੀਨੇ ਦੇ ਪੁਸਤਕਾਲਿਆ ਦੇ ਵਿੱਚ ਜਮ੍ਹਾਂ ਕਰਾ ਦਿੱਤੀ। ਹੁਣ ਸਮਾਂ ਆਇਆ 1927 ਦਾ। ਮੁਸ਼ਤਾਕ ਹੁਸੈਨ, ਅ ਯੰਗ ਮੈਨ ਫਰੋਮ ਕਸ਼ਮੀਰ, ਕਸ਼ਮੀਰ ਦਾ ਰਹਿਣ ਵਾਲਾ, ਇਹ ਮਦੀਨੇ ਗਿਆ ਹੈ। ਗਿਆ ਇਸ ਲਈ ਹੈ ਮੌਲਵੀ ਦੀ ਪੜ੍ਹਾਈ ਕਰ ਸਕੇ ਤੇ ਨਾਲ ਕਾਬੇ ਦੀ ਜ਼ਿਆਰਤ ਹੋ ਜਾਵੇ, ਯਾਤਰਾ ਹੋ ਜਾਵੇ। ਇਹ ਮਦੀਨੇ ਜਦੋਂ ਪੁਸਤਕਾਲੇ ਦੇ ਵਿੱਚ ਗਿਆ ਤੇ ਇਹਨੂੰ ਤਾਜੁਦੀਨ ਦੀ ਇਹ ਡਾਇਰੀ ਮਿਲਦੀ ਹੈ। ਤੇ ਉੱਥੇ ਉਹ ਜ਼ਿਕਰ ਕਰਦੇ ਨੇ ਦਾ ਮੈਨੂਸਕ੍ਰਿਪਟ ਚੇਂਜਡ ਮੁਸ਼ਤਾਕਸ ਲਾਈਫ ਐਂਡ ਹੀ ਕਨਵਰਟਡ ਟੂ ਸਿੱਖਿਜ਼ਮ। ਉਹ ਪੜ੍ਹ ਕੇ ਡਾਇਰੀ, ਕੱਟੜ ਮੁਸਲਮਾਨ ਹੁਸੈਨ ਜਿਹੜਾ ਸੀ ਉਹ ਸਿੱਖ ਬਣਿਆ, ਅੰਮ੍ਰਿਤ ਛਕ ਕੇ ਸੰਤ ਸੈਯਦ ਪ੍ਰਿਥੀਪਾਲ ਸਿੰਘ ਬਣਦਾ ਹੈ। ਉਹਦਾ ਨਾਮ ਇਹ ਪ੍ਰਚਲਿਤ ਹੋ ਗਿਆ। ਹੁਣ ਦਾ ਮੱਕਾ ਮੂਵਡ ਇੱਕ ਚੈਪਟਰ ਹੈ ਜੋ ਪੇਜ ਨੰਬਰ 37 ਦੇ ਉੱਤੇ ਦਰਜ ਹੈ। ਉੱਥੇ ਮਿਲਦਾ ਹੈ ਲਿਖਿਆ ਵੀ ਕਾਬਾ ਘੁੰਮਿਆ ਹੈ। ਹੁਣ ਤੁਹਾਨੂੰ ਪਤਾ ਹੈ ਨਾ, ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਤਾਂ ਧਾਰਮਿਕ ਮੰਦਰਾਂ ਦੀ, ਗੁਰਦੁਆਰਿਆਂ ਦੀ, ਧਰਮਸ਼ਾਲਾਵਾਂ ਦੀ, ਮਸਜਿਦਾਂ ਦੀ, ਚਰਚਾਂ ਦੀ ਲੋਕ ਸੇਵਾ ਕਰਦੇ ਨੇ। ਸਵੀਪਰ ਜਾ ਕੇ ਹੂੰਜਦੇ ਨੇ ਕੂੜਾ ਕਰਕਟ, ਸਾਫ ਸਫਾਈ ਕਰਦੇ ਨੇ। ਜੀਵਨ ਨਾਂ ਦਾ ਕਾਜੀ ਹੈ, ਸਵੀਪਰ ਹੈ, ਸੇਵਾਦਾਰ ਹੈ। ਉਹ ਸੇਵਾ ਕਰ ਰਿਹਾ ਹੈ, ਝਾੜੂ ਪੋਚਾ ਲਗਾ ਰਿਹਾ ਹੈ ਕਾਬੇ। ਤੋ ਉੱਥੇ ਜ਼ਿਕਰ ਮਿਲਦਾ ਹੈ, all of a sudden he came across a man sleeping with his feet touching the walls of the Kaaba। ਉਹਨੇ ਕੀ ਤੱਕਿਆ ਵੀ ਇੱਕ ਆਦਮੀ ਫਕੀਰ ਕਾਬੇ ਵੱਲ ਲੱਤਾਂ ਕਰਕੇ ਲੇਟਿਆ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਸ਼, ਕੂਜਾ ਬਾਗ ਮੁਸੱਲਾ ਧਾਰੀ, ਬੈਠਾ ਜਾਏ ਮਸੀਤ ਵਿੱਚ, ਜਿੱਥੇ ਹਾਜੀ ਹੱਜ ਗੁਜ਼ਾਰੀ, ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ। ਕਹਿੰਦੇ ਉੱਥੇ ਮਹਾਰਾਜ ਲੇਟੇ ਹੋਏ ਨੇ। ਜਦੋਂ ਵੇਖਿਆ ਜੀਵਨ ਨੇ, ਗੁੱਸੇ ਵਿੱਚ ਆ ਕੇ ਉਹਦੇ ਗਲੂਏ ਚੋਂ ਫਾਰਸੀ ਦੇ ਬੋਲ ਨਿਕਲੇ, ਕੁਫਾਰੁਨਾ ਹਜ਼ਾ ਕੁਫਰਾਹੂ,
ਬਿਆਸਬੁਨ ਅਜ਼ੀਮ। ਉਹ ਸੇਵਾਦਾਰ ਕਹਿੰਦਾ ਹੈ ਇਹ ਕਾਫਰ ਜਿਹੜੇ ਨੇ ਨਾ, ਭਾਰਤ ਵਰਸ਼ ਦੇ ਲੋਕ ਨੌਨ ਬਲੀਵਰਸ ਨੇ, ਇਹਨਾਂ ਨੂੰ ਭੈ ਹੀ ਨਹੀਂ ਹੈ ਖੁਦਾ ਦਾ, ਸਾਖਤ ਲੋਕ ਨੇ, ਸ਼ਰਮ ਹੀ ਨਹੀਂ ਹੈ, ਖੁਦਾ ਦੇ ਘਰ ਵੱਲ ਟੰਗਾਂ ਕਰਕੇ ਲੇਟਿਆ ਹੋਇਆ ਹੈ। ਗੁਰੂ ਨਾਨਕ ਦੇ ਲੱਤ ਮਾਰੀ ਗੁੱਸੇ ਦੇ ਵਿੱਚ ਔਰ ਕਾਫਰ ਕਹਿ ਦਿੱਤਾ। ਤੇ ਤੁਸੀਂ ਆਪ ਸਿਆਣੇ ਹੋ, ਖੁਦਾ ਪ੍ਰਸਤ ਨੂੰ ਨਾਸਤਕ ਕਹਿ ਦੇਣਾ, ਸੰਤ ਨੂੰ ਸਾਕਤ ਕਹਿ ਦੇਣਾ, ਫੁੱਲ ਨੂੰ ਕੰਡਾ ਕਹਿ ਦੇਣਾ, ਇਹ ਬੜਾ ਵੱਡਾ ਗੁਨਾਹ ਹੈ। ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕਵਾਰੀ। ਭਾਈ ਗੁਰਦਾਸ ਹਾਮੀ ਭਰਦੇ ਨੇ, ਕਿਹੜਾ ਕਾਫਰ ਸੁੱਤਾ ਹੈ ਲੱਤ ਮਾਰੀ ਜੀਵਨਕਾਰੀ ਨੇ। ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਸਗਾਰੀ। ਕਿਵੇਂ ਪਾਪੀ ਲੰਮਾ ਪਿਆ ਹੈ, ਮੰਦੇ ਬੋਲ ਬੋਲੇ। ਤੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਗੁੱਸਾ ਕਿਉਂ ਕਰਦੇ ਹੋ? ਜੇ ਖੁਦਾ ਦੇ ਘਰ ਵੱਲ ਮੇਰੀਆਂ ਲੱਤਾਂ ਨੇ ਤੇ ਲੱਤਾਂ ਉਧਰ ਕਰ ਦਿਓ ਜਿੱਧਰ ਖੁਦਾ ਦਾ ਘਰ ਨਹੀਂ ਹੈ। ਤੇ ਭਾਈ ਗੁਰਦਾਸ ਕਹਿੰਦੇ ਨੇ ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਜੀਵਨ ਨੇ ਟੰਗੋਂ ਪਕੜ ਕੇ ਗੁਰਾਂ ਨੂੰ ਘਸੀਟਿਆ ਹੈ, ਦੂਜੀ ਦਿਸ਼ਾ ਲੱਤਾਂ ਕਰ ਦਿੱਤੀਆਂ। ਤੋ ਸੈਯਦ ਪ੍ਰਿਥੀਪਾਲ ਸਿੰਘ ਲਿਖਦੇ ਨੇ ਵੀ ਉਹ ਕਾਬਾ ਘੁੰਮ ਗਿਆ। ਜੀਵਨ ਜਿਹੜਾ ਸੀ ਨਾ, ਲੱਤਾਂ ਦੂਜੀ ਦਿਸ਼ਾ ਕਰਕੇ ਫਿਰ ਝਾੜੂ ਲਾਉਣ ਲੱਗ ਪਿਆ। ਥੋੜੇ ਸਮੇਂ ਬਾਅਦ ਤੱਕਿਆ ਵੀ ਇਹ ਕਾਫਰ ਦੀਆਂ ਲੱਤਾਂ ਫਿਰ ਕਾਬੇ ਵੱਲ ਨੇ। ਦੂਜੀ ਵਾਰ ਫਿਰ ਉਹਨੇ ਟੰਗੋਂ ਪਕੜ ਕੇ ਘਸੀਟਿਆ, ਫਿਰ ਝਾੜੂ ਲਾਉਣ ਲੱਗ ਪਿਆ। ਤੋ ਸਿਆਤੋ ਬਾਬਾ ਨਾਨਕ ਵਿੱਚ ਜ਼ਿਕਰ ਹੈ ਵੀ ਜਦੋਂ ਉਹਨੇ ਦੂਜੀ ਵਾਰ ਦਿਸ਼ਾ ਬਦਲੀ, ਸੇਵਾ ਕੀਤੀ, ਝਾੜੂ ਲਾਇਆ, ਫਿਰ ਤੱਕਿਆ, ਫਿਰ ਟੰਗਾਂ ਕਾਬੇ ਵੱਲ ਦਿਖੀਆਂ। ਐਤਕੀ ਕਹਿੰਦਾ ਮੈਂ ਧਿਆਨ ਰੱਖਣਾ ਹੈ। ਤੀਜੀ ਵਾਰ ਟੰਗੋਂ ਪਕੜ ਕੇ ਘਸੀਟਿਆ ਤੇ ਅੱਖਾਂ ਦੇ ਸਾਹਮਣੇ ਕਾਬਾ ਘੁੰਮ ਗਿਆ। ਹੈਰਾਨ ਰਹਿ ਗਿਆ। This time the caretaker saw with his own eyes that Kaaba followed the Guru's feet. ਅੱਖੀਂ ਵੇਖਿਆ ਵੀ ਕਾਬਾ ਉਧਰ ਨੂੰ ਹੀ ਹੋ ਜਾਂਦਾ ਜਿੱਧਰ ਗੁਰੂ ਨਾਨਕ ਦੇ ਚਰਨ ਨੇ। ਤੋ ਹੁਸੈਨ ਜੀ ਲਿਖਦੇ ਨੇ, ਸੈਯਦ ਪ੍ਰਿਥੀਪਾਲ ਸਿੰਘ ਹੁਣੀ, I too saw the, ਉਹਦੀ ਬਾਤ ਲਿਖ ਰਹੇ ਨੇ। ਕਹਿੰਦੇ ਜਿਹੜਾ ਤਾਜ਼ੁਦੀਨ ਹੈ ਉਹ ਕਹਿ ਰਿਹਾ ਹੈ I too saw this amazing sight 3 times with my own eyes. ਮੈਂ 3 ਵਾਰ ਅੱਖੀਂ ਕਾਬਾ ਘੁੰਮਦਾ ਵੇਖਿਆ ਹੈ। ਤੇ ਭਾਈ ਗੁਰਦਾਸ ਕਹਿੰਦੇ ਇਹ ਮਨ ਨਹੀਂ ਘੁੰਮੇ, ਕਾਬਾ ਘੁੰਮਿਆ ਹੈ ਮੱਕਾ। ਕਾਹਦੇ ਨਾਲ ਘੁੰਮਿਆ ਹੈ ਜੀ? ਕਲਾ ਦਿਖਾਰੀ। ਕਲਾ ਦਾ ਮਤਲਬ ਹੁੰਦਾ ਕਰਾਮਾਤ, ਕਲਾ ਦਾ ਮਤਲਬ ਹੁੰਦਾ ਅਜ਼ਮਤ। ਤੇ ਗੁਰੂ ਨਾਨਕ ਕੌਣ ਹੈ? ਗੁਰੂ ਨਾਨਕ ਹੈ ਆਪ ਨਾਰਾਇਣ, ਕਲਾ ਧਾਰ ਜਗ ਮਹਿ ਪਰਵਰਿਓ। ਗੁਰੂ ਨਾਨਕ, ਗੁਰੂ ਅਮਰਦਾਸ ਗੋਟ ਆਲ ਦਾ ਮਿਰਾਕੂਲਸ ਪਾਵਰਸ, ਸਭ ਕਰਾਮਾਤਾਂ ਨੇ ਉਹਨਾਂ ਕੋਲ। ਉੱਥੇ ਫਾਰਸੀ ਵਿੱਚ ਜੀਵਨਕਾਰੀ ਦੇ ਮੂੰਹੋਂ ਜਿਹੜੇ ਬੋਲ ਨਿਕਲੇ ਉਹ ਲਿਖੇ ਨੇ ਤਾਜ਼ੁਦੀਨ ਨੇ ਆਪਣੀ ਡਾਇਰੀ ਵਿੱਚ। ਤਾਹਾ ਰਾਨਾ ਯਾ ਰਬੀ ਅਲਾਕ ਲੁਬੂ ਜ਼ੁਲਾਹਲੂ। ਐ ਅੱਲਾਹ ਤੱਲਾ ਦੇ ਸਰੂਪ ਮੈਨੂੰ ਅਜ਼ਮਤ ਬਖਸ਼, ਸੋ ਆਈ ਕੈਨ ਰੈਕੋਗਨਾਈਜ਼ ਯੂ। ਮੈਂ ਸਮਝ ਸਕਾਂ ਤੂੰ ਖੁਦਾ ਦਾ ਰੂਪ ਹੈ, ਤੈਨੂੰ ਪਹਿਚਾਣ ਸਕਾਂ ਤੂੰ ਖੁਦਾ ਆਇਆ ਹੈ ਦੁਨੀਆ ਤੇ। ਭਾਈ ਗੁਰਦਾਸ ਲਿਖਦੇ ਹੋਏ ਹੈਰਾਨ ਕਰੇਨ ਜੋ ਹਾਰੀ, ਸਾਰੇ ਹੈਰਾਨ ਰਹਿ ਗਏ ਤੇ ਗੁਰੂ ਨਾਨਕ ਦੇ ਅੱਗੇ ਨਮਸਕਾਰਾਂ ਕਰਨ ਲੱਗ ਪਏ। ਉਸ ਵਕਤ ਫਿਰ ਜੀਵਨਕਾਰੀ ਦੌੜਿਆ ਗਿਆ। ਕਾਬੇ ਦੇ ਵੱਡੇ ਕਾਜ਼ੀ ਔਰ ਰੁਕਨਦੀਨ ਕੋਲ ਜਾ ਕੇ ਸਾਰੀ ਗਾਥਾ ਦੱਸੀ ਹੈ। ਕਾਜ਼ੀ ਰੁਕਨਦੀਨ ਆਇਆ, ਮੌਲਵੀ ਮੁਹੰਮਦ ਹਸਨ ਆਇਆ, ਇਮਾਮ ਜ਼ਫਰ ਆਇਆ, ਪੀਰ ਅਬਦੁਲ ਵਹਾਬ ਆਇਆ, ਜਿਨ੍ਹਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਫਿਰ
ਚਰਚਾ ਹੋਈ ਹੈ। ਤੋ ਗੁਰੂ ਨਾਨਕ ਦੇਵ ਮਹਾਰਾਜ ਨੇ ਉੱਥੇ ਇਹਨਾਂ ਨੂੰ ਸਮਝਾਇਆ ਵੀ ਮੈਂ ਕੋਈ ਤੁਹਾਡੇ ਧਰਮ ਨੂੰ ਨੀਵਾਂ ਨਹੀਂ ਦਿਖਾਉਣ ਆਇਆ, ਮੈਂ ਕੋਈ ਕਾਬੇ ਨੂੰ ਘੁਮਾ ਕੇ ਆਪਣੇ ਆਪ ਨੂੰ ਉੱਚਾ ਸਾਬਤ ਕਰਨ ਨਹੀਂ ਆਇਆ। ਭੂਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਕਾਮ ਕ੍ਰੋਧ ਲੋਭ ਮੋਹਿ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਤੁਹਾਨੂੰ ਦੁਨਿਆਵੀ ਬੰਧਨਾਂ ਤੋਂ ਖਲਾਸੀ ਦੇਣ ਆਇਆ ਹੈ, ਤੁਹਾਨੂੰ ਸਮਝਾਉਣ ਆਇਆ ਹੈ ਵੀ ਕਾਬਾ ਖੁਦਾ ਦਾ ਘਰ ਹੈ, ਮੰਦਰ ਮਸਜਿਦਾਂ ਗੁਰਧਾਮ ਖੁਦਾ ਦਾ ਘਰ ਨੇ। ਪਰ ਇਹ ਦਾਵਾ ਕਰਨਾ ਵੀ ਖੁਦਾ ਪ੍ਰਭੂ ਰਾਮ ਅਕਾਲ ਪੁਰਖ ਕੇਵਲ ਕਾਬੇ ਵਿੱਚ ਹੈ, ਕੇਵਲ ਮੰਦਰ ਵਿੱਚ ਹੈ, ਗੁਰਦੁਆਰੇ ਵਿੱਚ ਹੈ, ਇਹ ਠੀਕ ਨਹੀਂ। ਉਹ ਹਰ ਜ਼ਰੇ ਵਿੱਚ ਪ੍ਰਗਟ ਹੈ। ਰਮਤ ਰਾਮ ਸਭ ਰਹਿਓ ਸਮਾਏ, ਪ੍ਰਮਾਤਮਾ ਹਰ ਜਗ੍ਹਾ ਰਮਿਆ ਏ। ਇਹ ਮੰਦਰ ਮਸਜਿਦਾਂ ਗੁਰਧਾਮ ਅਕਾਲ ਪੁਰਖ ਦੀ ਪ੍ਰਾਪਤੀ ਦਾ ਰਸਤਾ ਨੇ। ਤੋ ਜੇ ਕੋਈ ਆਖੇ ਨਾ ਲੈ ਜੀ, ਜੇ ਕੱਲ ਨੂੰ ਮੁਸਲਮਾਨ ਆਖਣ ਅਸੀਂ ਹਰਿਮੰਦਰ ਸਾਹਿਬ ਘੁਮਾਤਾ, ਤੁਸੀਂ ਤੌਹੀਨ ਕਰਦੇ ਹੋ ਕਾਬਾ ਘੁੰਮਣ ਦੀ ਗੱਲ ਕਰਕੇ। ਤੋ ਇੱਥੇ ਕੋਈ ਇਸਲਾਮ ਨੂੰ ਝੁਕਾਉਣ ਲਈ ਗੁਰਾਂ ਕਰਾਮਾਤ ਨਹੀਂ ਕੀਤੀ, ਸਮਝਾਉਣ ਲਈ ਕਰਾਮਾਤ ਕੀਤੀ ਹੈ। ਮਹਾਰਾਜ ਮੁਨਕਰ ਨਹੀਂ ਹੁੰਦੇ ਵੀ ਕਾਬਾ ਖੁਦਾ ਦਾ ਘਰ ਨਹੀਂ ਹੈ, ਪਰ ਮਹਾਰਾਜ ਇਸ ਗੱਲੋਂ ਮੁਨਕਰ ਨੇ ਜਿਹੜਾ ਕਾਜ਼ੀ ਕਹਿ ਰਿਹਾ ਹੈ ਵੀ ਖੁਦਾ ਦਾ ਘਰ ਕੇਵਲ ਹੀ ਕਾਬਾ ਹੈ, ਹੋਰ ਕਿਧਰੇ ਖੁਦਾ ਨਹੀਂ। ਤੋ ਮਹਾਰਾਜ ਨੇ ਇਹ ਸਮਝਾਇਆ ਹੈ। ਰੋਗਾਂ ਸੋਗਾਂ ਤੋਂ ਨਿਜ਼ਾਤ ਦਵਾਈ ਹੈ ਆਪਣੇ ਸੇਵਕਾਂ ਨੂੰ। ਸਾਰੇ ਮੱਕੇ ਦੇ ਲੋਕ ਗੁਰੂ ਨਾਨਕ ਅੱਗੇ ਝੁਕ ਗਏ, ਤੇ ਜਿਹੜੇ ਇਸਲਾਮ ਦੇ ਵੀਰ ਕਹਿੰਦੇ ਅਸੀਂ ਨਹੀਂ ਮੰਨਣਾ ਇਸ ਕਰਾਮਾਤ ਨੂੰ। ਤੋ ਮੈਂ ਦੋ ਉਦਾਹਰਨਾਂ ਇਸਲਾਮ ਮਤ ਚੋਂ ਹੀ ਦੇ ਦਿੰਦਾ ਵੀ ਕਾਬਾ ਘੁੰਮਿਆ ਹੈ। ਇੱਕ ਹਜ਼ਰਤ ਇਬਾਨ ਹੋਏ ਨੇ, ਉਹਨਾਂ ਨੇ ਫਤੂਹਤ ਮਕੀ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਵੀ ਮੇਰੇ ਮਨ ਵਿੱਚ ਮੈਲੇ ਖਿਆਲਾਤ ਪੈਦਾ ਹੋਏ, ਮੈਲੇ ਖਿਆਲ ਆਏ, ਤੇ ਮੈਂ ਕਾਬੇ ਦੀ ਜ਼ਿਆਰਤ ਨੂੰ ਗਿਆ ਤੇ ਕਾਬੇ ਦੀ ਇਮਾਰਤ ਮੈਨੂੰ ਦਰੜ ਦੇਣ ਲੱਗੀ ਸੀ, ਮੈਨੂੰ ਮਿੱਧ ਦੇਣ ਲੱਗੀ ਸੀ, ਮੇਰੇ ਉੱਤੇ ਕਾਬਾ ਚੜ੍ਹ ਚੱਲਿਆ ਸੀ, ਮੈਂ ਅੱਖੀਂ ਤੱਕਿਆ ਹੈ। ਇਸਲਾਮ ਵਾਲੇ ਮੰਨਦੇ ਨੇ ਇਹ ਕੌਤਕ ਹੋਇਆ ਹੈ। ਦੂਜੀ ਘਟਨਾ, ਇੱਕ ਸੂਫੀ ਫਕੀਰ ਹੋਈ ਹੈ ਰਾਬੀਆ ਅਲ ਬਸਰੀ, 717 ਈਸਵੀ 'ਚ ਇਹਦਾ ਜਨਮ ਬਸਰਾ ਇਰਾਕ ਹੋਇਆ ਹੈ। ਤੋ ਇਹ ਬੀਬੀ ਬਾਬਤ ਹਜ਼ਰਤ ਫਰੀਦੂਦੀਨ ਅਤਰ ਲਿਖਦਾ ਹੈ, ਜਿਹਨੇ 114 ਕਿਤਾਬਾਂ ਲਿਖੀਆਂ। ਤਜ਼ਕਰੇ ਰਾਤ ਉਲ ਔਲੀਆ ਦੇ ਵਿੱਚ ਲੰਬੇਰਾ ਜੀਵਨ ਅਲ ਬਸਰੀ ਦਾ ਇਸ ਵਿਦਵਾਨ ਨੇ ਲਿਖਿਆ, ਮੈਂ ਸੰਖੇਪ ਵਿੱਚ ਦੱਸਾਂ। ਕਹਿੰਦੇ ਰਾਬੀਆ ਵਾਜ਼ ਪਾਸਿੰਗ ਥਰੂ ਅ ਫੋਰੈਸਟ ਔਨ ਹਰ ਵੇ ਟੂ ਦਾ ਹਜ ਫॉर द ਸੈਕੰਡ ਟਾਈਮ। ਕਾਬੇ ਹਜ ਕਰਨ ਜਾ ਰਹੀ ਸੀ, ਜੰਗਲ ਦੇ ਵਿੱਚ ਹੈ, ਤੇ ਕਾਬੇ ਦੀ ਇਮਾਰਤ ਉੱਥੇ ਹੀ ਆ ਗਈ। ਉਹ ਇੰਗਲਿਸ਼ ਵਿੱਚ ਲਿਖਿਆ ਗਿਆ ਹੈ ਬਚਨ ਜਿਹੜਾ ਰਾਬੀਆ ਨੇ ਕੀਤਾ। ਉਹ ਕਹਿੰਦੀ ਹੈ, I was hoping to see God, I have no need for God's house। ਮੈਂ ਰੱਬ ਨੂੰ ਵੇਖਣਾ ਹੈ, ਮੈਂ ਰੱਬ ਦੇ ਘਰ ਨੂੰ ਨਹੀਂ ਵੇਖਣਾ। ਮੈਨੂੰ ਰੱਬ ਦੇ ਘਰ ਦੀ ਲੋੜ ਨਹੀਂ, ਮੈਨੂੰ ਰੱਬ ਦੀ ਲੋੜ ਹੈ। ਮੈਨੂੰ ਤਸੱਲੀ ਨਹੀਂ ਹੋਈ ਕਾਬੇ ਨੂੰ ਵੇਖ ਕੇ, ਮੈਨੂੰ ਰੱਬ ਦਰਸ਼ਨ ਦੇਵੇ ਤੇ ਤਸੱਲੀ ਹੋਵੇਗੀ। ਦੂਸਰੀ ਤਰਫ ਹਜ਼ਰਤ ਇਬਰਾਹਿਮ ਆਜ਼ਮ ਮੱਕੇ ਕਾਬੇ ਦੀ ਜ਼ਿਆਰਤ ਨੂੰ ਗਿਆ ਸੀ। ਉਹਨੇ ਅੱਖਾਂ ਮਲੀਆਂ ਵੀ ਕਾਬੇ ਦੀ ਇਮਾਰਤ ਹੈ ਨਹੀਂ ਹੈ। ਕਹਿੰਦੇ ਇੱਕ ਖੁਦਾ ਦੀ ਆਵਾਜ਼ ਪ੍ਰਗਟ ਹੋਈ, there is nothing wrong with your eyesight, the Kaaba has gone to welcome a lady who is too feeble to walk to the Hajj। ਕਾਬਾ ਤੇ ਮੇਰੀ ਪਿਆਰੀ ਨਾਮ ਜਪਣ ਵਾਲੀ ਦਾਸ, ਮੇਰੀ ਦਾਸੀ ਬੀਬੀ ਅਲ ਬਸਰੀ ਦੀ ਪਰਿਕਰਮਾ ਕਰਨ ਗਿਆ ਹੈ। ਹਜ਼ਰਤ ਇਬਰਾਹਿਮ, ਤੂੰ ਕਿਉਂ ਦੁਖੀ ਹੁੰਨਾ ਹੈ, ਤੂੰ ਕਿਉਂ ਗਿਲਾ ਕਰਦਾ ਹੈ? ਤੇਰੀਆਂ ਅੱਖਾਂ ਵਿੱਚ ਕੋਈ ਨੁਕਸ ਨਹੀਂ ਹੈ, ਤੂੰ ਅੱਖਾਂ ਨੂੰ ਨਾ ਮਲ। ਕਾਬਾ ਤੇ ਜ਼ਿਆਰਤ ਕਰਨ ਗਿਆ ਹੈ ਅਲ ਬਸਰੀ ਦੀ। ਸੋ ਇਹ ਵੀ ਇਸਲਾਮ ਜਗਤ ਕੌਤਕ ਨੂੰ ਮੰਨਦਾ ਹੈ, ਕਰਾਮਾਤ ਨੂੰ ਮੰਨਦਾ ਹੈ। ਤੇ ਫਿਰ ਗੁਰੂ ਨਾਨਕ ਸਾਹਿਬ ਵੇਲੇ ਜੇ ਕਾਬਾ ਘੁੰਮਿਆ ਹੈ ਤੇ ਮੁਸ਼ਕਿਲ ਕੀ ਹੈ ਮੰਨਣ ਵਿੱਚ? 3 ਕਿਤਾਬਾਂ ਪੜ੍ਹਿਓ ਇਸ ਬਾਬਤ। ਪਹਿਲੀ ਕਿਤਾਬ ਹੈ ਸਿਹਤੋ ਬਾਬਾ ਨਾਨਕ, ਜੋ ਤਾਜ਼ੂਦੀਨ ਨਕਸ਼ਬੰਦੀ ਦੀ ਲਿਖੀ ਹੈ। ਦੂਜੀ ਹੈ ਤਵਾਰੀਖੇ
अरब जो ख्वाजा जैनुलदीन ने लिखी है। तीसरी जिहड़ी किताब है वो है गुनीतु सालिहिन। ये जिहड़ी किताब है ये अब्दुल रहमान ने लिखी है। इन्हां तिन्नां विच जिक्र है काबा घुमिया है। जदों काबा गया घुम, घर घर बाबा पूजिया, हिंदू मुसलमान गवाई, छपे नाहे छपाया, चढ़िया सूरज जग रुसनाई, बुकिया सिंह उजाड़ विच, सब मिर गावल भन्नी जाई, उगवण ते आथवणो नौखंड पृथ्वी सभा चुकाई, जग अंदर कुदरत वरताई। हिंदू मुसलमान सिखां गुरु नानक नूं पूजिया। उगवण जिथों सूरज चढ़दा है, आथवणो जिथे सूरज छिपदा है। नौवां खंडां विच दुनिया गुरु नानक अगे झुक गई। क्यों झुकी? उन्हां कुदरत वरताई। कुदरत फारसी विच करामात नूं कहिंदे ने। फिर की होया? ਜ਼ਾਹਰ पीर जगत गुर बाबा। हिंदू सिखां ने गुरु बाबा मन्निया, मुसलमाना ने गुरु नानक नूं पीर मन्निया। और कहना पै गया ज्ञान ध्यान किश कर्म ना जाना, सार ना जाना तेरी सब ते वड्डा सतगुरु नानक, जिन कल राखी मेरी। गुरु नानक इज द ग्रेटेस्ट ऑफ ऑल। ਉਹੀ कलयुग विच तारने वाले ने। आओ ओदी शरण विच चार वर्ण चार आश्रम है। कोई मिले गुरु गुरु नानक सो आप तरੈ, कुल सगल तरादो। चाहे चार आश्रम ने, चाहे कोई भी वर्ण है, उच्चे हो नीवें हो, कोई भी तुहाडा धर्म है। जेड़ा गुरु नानक दी शरण आवेगा वो एमेंसीपेशन पावेगा, वो मुक्ति पावेगा। ਉਹਦਾ ਸੰਗੀ ਉਹਦਾ ਸਾਥੀ ਵੀ ਭਵਸਾਗਰ ਤੋਂ ਲਿਬਰੇਸ਼ਨ ਹਾਸਲ ਕਰੇਗਾ। ਗੁਰੂ ਨਾਨਕ ਦੀ ਏਡੀ ਵੱਡੀ ਅਜ਼ਮਤ ਹੈ। ਅੱਜ ਗੁਰੂ ਨਾਨਕ ਪ੍ਰਗਟ ਨੇ ਸ਼ਬਦਾ ਅਵਤਾਰ ਗੁਰੂ ਗ੍ਰੰਥ ਸਾਹਿਬ ਬਣ ਕੇ। ਸਜਦਾ ਕਰੋ, ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਜੀਵਨ ਸਫਲਾ ਹੋਵੇ। ਸਰਬੱਤ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਵਧਾਈਆਂ। ਇਹਦੇ ਤੋਂ ਬਾਅਦ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਚੱਲਣੇ ਨੇ। ਉੱਥੇ ਆਪ ਸੰਗਤ ਦੇ ਦਰਸ਼ਨ ਕਰਾਂਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ, ਆਪ ਸਭ ਸੰਗਤ ਦਾ ਧੰਨਵਾਦ। ਗੁਰਦੁਆਰਾ ਸੀਸਗੰਜ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ, ਜੋ ਆਪ ਸੰਗਤ ਨੂੰ ਪ੍ਰੇਰ ਕਰਕੇ ਮਹਾਨ ਸੇਵਾਵਾਂ ਗੁਰਧਾਮਾਂ ਦੀਆਂ ਕਰਵਾਉਂਦੇ ਨੇ ਔਰ ਬੜੇ ਮਹਾਨ ਵਿਦਵਾਨ ਨੇ। ਉਹਨਾਂ ਦਾ ਵੀ ਧੰਨਵਾਦ ਹੈ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।